प्यारे विद्यार्थियों, मैं चरण सिंह औलख, लेक्चरर केमिस्ट्री, गवर्नमेंट गर्ल्स सीनियर सेकेंडरी स्कूल Turi. Today I will discuss subject chemistry related to class +2, and we will start with 5th chapter of your syllabus, general principles of extraction and isolation of elements. ਇਸ ਚੈਪਟਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਨਾਂ ਤੋਂ ਪਤਾ ਲੱਗਦਾ ਹੈ ਵੀ ਐਲੀਮੈਂਟਸ ਦੀ ਐਕਸਟ੍ਰੈਕਸ਼ਨ ਅਤੇ ਆਈਸੋਲੇਸ਼ਨ ਦੇ ਬਾਰੇ ਅਸੀਂ ਪੜ੍ਹਨਾ। ਐਲੀਮੈਂਟਸ ਸਾਨੂੰ ਨੇਚਰ ਤੋਂ ਮਿਲਦੇ ਆ, ਫਰੋਮ ਦਾ ਕਰਸਟ ਆਫ ਅਰਥ। ਮਿਨਰਲ ਤੋਂ ਅਸੀਂ ਇਹਨਾਂ ਨੂੰ ਓਬਟੇਨ ਕਰਦੇ ਹਾਂ। ਇਹ ਸਾਨੂੰ ਡਾਇਰੈਕਟ ਨਹੀਂ ਮਿਲਦੇ, ਸਾਨੂੰ ਮਿਨਰਲਸ ਨੂੰ ਇੰਡਸਟਰੀ ਦੇ ਵਿੱਚ, ਲੈਬ ਦੇ ਵਿੱਚ ਲਿਆ ਕੇ ਐਕਸਟਰੈਕਟ ਕਰਨਾ ਪੈਂਦਾ, ਫਿਰ ਉਹਨਾਂ ਤੋਂ ਸਾਨੂੰ ਆਈਸੋਲੇਟ ਹੋ ਕੇ ਐਲੀਮੈਂਟਸ ਮਿਲਦੇ ਆ। ਤਾਂ ਇਹ ਚੈਪਟਰ ਬਾਰੇ ਮੈਂ ਤੁਹਾਨੂੰ ਬਰੀਫ ਜਿਹਾ ਦੱਸਿਆ। ਤਾਂ ਇੱਥੋਂ ਅਸੀਂ ਹੁਣ ਕੰਟੀਨਿਊ ਕਰਨ ਲੱਗੇ ਹੈਗੇ ਹਾਂ ਚੈਪਟਰ 5th ਆਫ ਯੂਅਰ ਸਿਲੇਬਸ, ਜਨਰਲ ਪ੍ਰਿੰਸੀਪਲਸ ਆਫ ਐਕਸਟ੍ਰੈਕਸ਼ਨ ਐਂਡ ਆਈਸੋਲੇਸ਼ਨ ਆਫ ਐਲੀਮੈਂਟਸ। मैं ਤੁਹਾਨੂੰ ਇਸ ਚੈਪਟਰ ਦੀ ਇੰਟਰੋਡਕਸ਼ਨ ਦੇਣ ਲੱਗਿਆ। ਆ ਫਿਊ ਐਲੀਮੈਂਟਸ ਲਾਈਕ ਕਾਰਬਨ, ਸਲਫਰ, ਗੋਲਡ ਐਂਡ ਨੋਬਲ ਗੈਸਿਸ ਅਕਰ ਇਨ ਫ੍ਰੀ ਸਟੇਟ। ਪੀਰੀਓਡਿਕ ਟੇਬਲ ਦੇ ਵਿੱਚ ਕੁਝ ਐਲੀਮੈਂਟ ਇਹੋ ਜਿਹੇ ਨੇ ਜਿਹੜੇ ਕਿ ਫ੍ਰੀ ਸਟੇਟ ਵਿੱਚ ਐਗਜ਼ਿਸਟ ਕਰਦੇ ਆ। ਸਿਰਫ ਉਹੀ ਐਲੀਮੈਂਟ ਫ੍ਰੀ ਸਟੇਟ ਵਿੱਚ ਐਗਜ਼ਿਸਟ ਕਰਦੇ ਆ ਜਿਹੜੇ ਘੱਟ ਰਿਐਕਟਿਵ ਹੁੰਦੇ ਆ, ਵਾਈਲ ਅਦਰ ਅਕਰ ਇਨ ਦਾ ਕੰਬਾਈਨਡ ਸਟੇਟ ਇਨ ਦਾ ਕਰਸਟ ਆਫ ਅਰਥ। ਜਿਹੜੇ ਬਾਕੀ ਦੇ ਐਲੀਮੈਂਟ ਹੈ ਉਹ ਅਰਥ ਦੀ ਕਰਸਟ ਦੇ ਵਿੱਚ ਕੰਬਾਈਨਡ ਫਾਰਮ, ਜਾਣੀ ਕਿ ਕਿਸੇ ਕੰਪਾਊਂਡ ਦੀ ਫਾਰਮ ਦੇ ਵਿੱਚ ਕਹਿ ਲਓ, ਕਿਸੇ ਮੋਲੀਕਿਊਲ ਦੀ ਫਾਰਮ ਦੇ ਵਿੱਚ ਕਹਿ ਲਓ, ਉਹਦੇ ਵਿੱਚ ਐਗਜ਼ਿਸਟ ਕਰਦੇ ਹੈਗੇ ਆ। ਤਾਂ ਉਹਨਾਂ ਵਿੱਚ ਕੁਝ ਐਗਜ਼ਾਮਪਲ ਨੇ। ਤਾਂ ਇਫ ਵੀ ਵਾਂਟ ਟੂ ਓਬਟੇਨ ਐਲੀਮੈਂਟਸ ਫਰੋਮ ਦੇਅਰ ਕੰਬਾਈਨਡ ਫਾਰਮ, we will have to extract and isolate elements by principles of chemistry। ਤਾਂ ਸਾਨੂੰ ਇਸ ਚੈਪਟਰ ਦੀ ਲੋੜ ਇੱਥੇ ਪੈਂਦੀ ਆ ਕਿ ਜਿਹੜੇ ਐਲੀਮੈਂਟਸ ਕੰਬਾਈਨਡ ਫਾਰਮ ਦੇ ਵਿੱਚ ਸਾਨੂੰ ਮਿਲਦੇ ਆ, ਅਰਥ ਦੀ ਕਰਸਟ 'ਚੋਂ ਓਬਟੇਨ ਹੁੰਦੇ ਆ, ਤਾਂ ਅਸੀਂ ਉਹਨਾਂ ਨੂੰ ਆਈਸੋਲੇਟ ਕਿਵੇਂ ਕਰਾ ਸਕਦੇ ਹੈਗੇ ਆ, ਐਕਸਟਰੈਕਟ ਕਿਵੇਂ ਕਰ ਸਕਦੇ ਹੈਗੇ ਆ ਉਹਨਾਂ ਕੰਪਾਊਂਡਸ ਤੋਂ, ਉਹਨਾਂ ਐਲੀਮੈਂਟਸ ਤੋਂ, ਉਹਨਾਂ ਕੰਪਾਊਂਡਸ ਤੋਂ, ਉਹਨਾਂ ਮਿਨਰਲਸ ਤੋਂ, ਵਿਦ ਦ ਪ੍ਰਿੰਸੀਪਲਸ ਆਫ ਕੈਮਿਸਟਰੀ। ਤਾਂ ਅਸੀਂ ਕੈਮਿਸਟਰੀ ਦੇ ਪ੍ਰਿੰਸੀਪਲਸ ਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਸੈਪਰੇਟ ਕਰਵਾਉਣੇ ਹੈਗੇ ਆ। ਦਿਸ ਵੀ ਆਰ ਗੋਇੰਗ ਟੂ ਸਟੱਡੀ ਫਰਦਰ ਇਨ ਡੀਪ ਇਨ ਦਿਸ ਚੈਪਟਰ। ਤਾਂ ਫਸਟ ਅਸੀਂ ਇੱਥੇ ਪੜ੍ਹਨਾ ਵੀ ਮਿਨਰਲਸ ਕੀ ਹੁੰਦੇ ਆ ਐਂਡ ਓਰਸ ਕੀ ਹੁੰਦੇ ਆ। ਦ ਸਬਸਟੈਂਸ ਵਿਚ ਅਕਰ ਨੈਚੁਰਲੀ ਇਨ ਦ ਕਰਸਟ ਆਫ ਅਰਥ ਐਂਡ ਆਰ ਓਬਟੇਨਡ ਬਾਈ ਮਾਈਨਿੰਗ ਆਰ ਕਾਲਡ ਐਜ਼ ਦ ਮਿਨਰਲ। ਤਾਂ ਜਿੰਨੇ ਵੀ ਕੈਮੀਕਲ ਸਬਸਟੈਂਸਸ ਨੇ ਜਿਹੜੇ ਸਾਨੂੰ ਕਰਸਟ ਦੇ ਵਿੱਚ ਮਿਲਦੇ ਆ ਅਰਥ ਦੇ, ਜਿਹੜੇ ਕਿ ਨੈਚੁਰਲੀ ਹੀ ਉੱਥੇ ਪ੍ਰੈਜ਼ੈਂਟ ਹੈ, ਜਿਨ੍ਹਾਂ ਨੂੰ ਅਸੀਂ ਮਾਈਨਿੰਗ ਕਰਕੇ, ਡਿਪੈਂਡ ਕਰਦਾ ਪਲੇਸ ਟੂ ਪਲੇਸ, ਅਸੀਂ ਮਾਈਨਿੰਗ ਕਰਕੇ ਅਰਥ ਨੂੰ ਡਿਗ ਆਊਟ ਕਰਕੇ ਅਸੀਂ ਉਹਨਾਂ ਨੂੰ ਓਬਟੇਨ ਕਰਦੇ ਹਾਂ, ਉਹਨਾਂ ਨੂੰ ਅਸੀਂ ਮਿਨਰਲਸ ਬੋਲਦੇ ਹਾਂ। ਤਾਂ ਓਰਸ ਕੀ ਹੁੰਦੇ ਆ? ਦਾ ਮਿਨਰਲ ਫਰੋਮ ਵਿਚ ਅ ਮੈਟਲ ਕੈਨ ਬੀ ਐਕਸਟਰੈਕਟਿਡ ਬੈਨੀਫੀਸ਼ੀਅਲੀ ਐਂਡ ਕਨਵੀਨੀਐਂਟਲੀ ਇਜ਼ ਕਾਲਡ ਐਜ਼ ਓਰ। ਉਹ ਮਿਨਰਲ ਜਿਹ ਤੋਂ ਅਸੀਂ ਕਿਸੇ ਐਲੀਮੈਂਟ ਨੂੰ ਬੈਨੀਫੀਸ਼ੀਅਲੀ, ਇਕੋਨਮਿਕਲੀ, ਕਨਵੀਨੀਐਂਟਲੀ ਐਕਸਟਰੈਕਟ ਕਰਾ ਸਕਦੇ ਹਾਂ। ਕਹਿਣ ਦਾ ਕੀ ਮਤਲਬ ਹੈ ਵੀ ਜਦੋਂ ਅਸੀਂ ਕਿਸੇ ਮਿਨਰਲ ਵਿੱਚੋਂ ਕਿਸੇ ਐਲੀਮੈਂਟ ਨੂੰ ਐਕਸਟਰੈਕਟ ਕਰਦੇ ਹਾਂ ਤਾਂ ਅਸੀਂ ਦੇਖਣਾ ਵੀ ਮੈਥਡ, ਜਿਸ ਮੈਥਡ ਨਾਲ ਐਕਸਟਰੈਕਟ ਕੀਤਾ ਜਾਂਦਾ ਹੈ ਉਹ ਕਨਵੀਨੀਐਂਟ ਹੈ ਕਿ ਨਹੀਂ, ਮਤਲਬ ਕਿੰਨਾ ਕੁ ਆਸਾਨ ਹੈ, ਕਿੰਨਾ ਕੁ ਸਾਨੂੰ ਉਹਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਕਿੰਡ, ਉਹ ਬੈਨੀਫੀਸ਼ੀਅਲੀ ਹੈ ਕਿ ਨਹੀਂ। ਬੈਨੀਫੀਸ਼ੀਅਲੀ ਦਾ ਮੀਨਿੰਗ ਕੀ ਹੈ? ਜਦੋਂ ਅਸੀਂ ਐਕਸਟਰੈਕਟ ਕਰਕੇ ਐਲੀਮੈਂਟ ਨੂੰ, ਕਿਸੇ ਮੈਟਲ ਨੂੰ ਓਬਟੇਨ ਕਰ ਲੈਂਦੇ ਹਾਂ ਤਾਂ ਉਸ ਮੈਟਲ ਦੀ ਮਾਰਕੀਟ ਵਿੱਚ ਕਿੰਨੀ ਵੈਲਿਊ ਹੁੰਦੀ ਹੈ ਜਿੰਨੀ ਸਾਨੂੰ ਓਬਟੇਨ ਹੋਈ ਹੈ। ਜੇ ਅਸੀਂ ਉਹਦੀ ਮਾਰਕੀਟ ਵੈਲਿਊ ਚੈੱਕ ਕਰਦੇ ਹਾਂ, ਜਿੰਨੀ ਕੋਸਟ ਆਉਂਦੀ ਹੈ, ਕਿ ਉਹ ਮੈਟਲ ਸਾਡੇ ਸਾਰੇ ਐਕਸਟਰੈਕਸ਼ਨ ਦੇ ਖਰਚੇ ਪੂਰੇ ਕਰਦੀ ਹੈ ਜਾਂ ਨਾ ਕਰਦੀ ਹੈ। ਜੇ ਸਾਡਾ ਐਕਸਟਰੈਕਸ਼ਨ 'ਤੇ ਇਨਵੈਸਟਮੈਂਟ ਬਹੁਤ ਹੋ ਗਈ ਪਰ ਐਕਸਟਰੈਕਸ਼ਨ ਤੋਂ ਬਾਅਦ ਜਿਹੜੀ ਸਾਨੂੰ ਮੈਟਲ ਮਿਲੀ ਹੈ ਉਹਦੀ ਮਾਰਕੀਟ ਔਰ ਕਮਰਸ਼ੀਅਲ ਵੈਲਿਊ ਬੜੀ ਲੋ ਹੈ, ਦੈਨ ਦਿਸ ਮੈਥਡ ਇਜ਼ ਨਾਟ ਵੈਰੀ ਸੂਟੇਬਲ ਫਾਰ ਇੰਡਸਟਰੀ। ਇੰਡਸਟਰੀ ਇਹਦੇ 'ਤੇ ਰਨ ਨਹੀਂ ਕਰ ਸਕਦੀ। ਤਾਂ ਜਿੰਨੇ ਪਰਸਨ ਇਸ ਐਕਸਟਰੈਕਸ਼ਨ ਦੇ ਪ੍ਰੋਸੈਸ ਵਿੱਚ ਇਨਵੋਲਵ ਹੋਣਗੇ, ਸਾਰਿਆਂ ਦੀ ਪੇਜ਼ ਵਗੈਰਾ ਇੱਥੋਂ ਪੂਰੀਆਂ ਨਹੀਂ ਹੋ ਸਕਦੀਆਂ। ਦੈਨ ਵੀ ਵਿਲ ਕਾਲ ਦਿਸ ਮੈਥਡ ਨਾਟ ਐਜ਼ ਅ ਬੈਨੀਫੀਸ਼ੀਅਲ ਮੈਥਡ। ਤਾਂ ਬੈਨੀਫੀਸ਼ੀਅਲ ਵੀ ਹੋਣਾ ਚਾਹੀਦਾ ਹੈ, ਇਕੋਨਮਿਕਲ ਵੀ ਹੋਣਾ ਚਾਹੀਦਾ ਹੈ ਐਂਡ ਕਨਵੀਨੀਐਂਟ ਵੀ ਹੋਣਾ ਚਾਹੀਦਾ ਹੈ।
ਤਾਂ ਉਸ ਮਿਨਰਲ ਨੂੰ ਜਿੱਥੋਂ ਅਸੀਂ ਬੈਨੀਫੀਸ਼ੀਅਲੀ ਇਕਨੋਮਿਕਲੀ ਐਂਡ ਕਨਵੀਨੀਐਂਟਲੀ ਐਕਸਟਰੈਕਟ ਕਰ ਸਕਦੇ ਹਾਂ ਐਲੀਮੈਂਟ ਨੂੰ, ਦੈਟ ਇਜ਼ ਕਾਲਡ ਐਜ਼ ਓਰ ਆਫ ਦੈਟ ਐਲੀਮੈਂਟ, ਤਾਂ ਉਹਨੂੰ ਅਸੀਂ ਓਰ ਬੋਲਦੇ ਹੈਗੇ ਹਾਂ। ਦੈਨ ਦਸ ਆਲ ਓਰਸ ਆਰ ਮਿਨਰਲਸ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਸਾਰੀਆਂ ਓਰਸ ਨੂੰ ਮਿਨਰਲ ਤਾਂ ਕਿਹਾ ਜਾ ਸਕਦਾ ਹੈ, ਬਟ ਆਲ ਮਿਨਰਲਸ ਆਰ ਨਾਟ ਓਰਸ। ਤਾਂ ਸਾਰੇ ਜਿਹੜੇ ਮਿਨਰਲ ਨੇ ਉਹ ਓਰਸ ਨਹੀਂ ਹੈਗੇ, only those minerals can be called as ores from which the metal can be extracted conveniently, economically and beneficially. Next we are going further in detail about the minerals and ores. ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਨਾਲ ਇਹਨੂੰ ਕਲੀਅਰ ਕਰਨਾ ਚਾਹਾਂਗਾ। ਫੋਰ ਐਗਜ਼ਾਮਪਲ ਜਿਹੜਾ ਆਇਰਨ ਹੈ ਉਹ ਅਰਥ ਦੀ ਕਰਸਟ ਵਿੱਚ ਡਿਫਰੈਂਟ ਮਿਨਰਲ ਦੀ ਫਾਰਮ ਦੇ ਵਿੱਚ ਸਾਨੂੰ ਮਿਲ ਜਾਂਦਾ ਹੈ। ਆਕਸਾਈਡ ਫਾਰਮ ਦੇ ਵਿੱਚ ਇਹਦੇ ਦੋ ਮਿਨਰਲ ਹੈਗੇ ਆ, ਹੈਮੇਟਾਈਟ ਹੈਗੇ ਆ, ਮੈਗਨੇਟਾਈਟ ਹੈ। ਕਾਰਬੋਨੇਟ ਅਤੇ ਸਲਫਾਈਡ ਫਾਰਮ ਦੇ ਵਿੱਚ ਵੀ ਜੇ ਆਪਾਂ ਗੱਲ ਕਰਦੇ ਹਾਂ, ਕਾਰਬੋਨੇਟ ਹੈ ਜਿਹੜਾ ਆਇਰਨ ਦਾ ਉਹਨੂੰ ਅਸੀਂ ਸਿਡਰਾਈਟ ਬੋਲਦੇ ਹਾਂ, ਅਸੀਂ ਅੱਗੇ ਪੜ੍ਹਾਂਗੇ। ਤਾਂ ਇਹਨੂੰ ਅਸੀਂ ਸਲਫਾਈਡ ਫਾਰਮ ਦੇ ਵਿੱਚ ਵੀ ਓਬਟੇਨ ਕਰ ਸਕਦੇ ਹਾਂ, ਜਿਹਨੂੰ ਅਸੀਂ ਆਇਰਨ ਦਾ ਪਾਇਰੇਟਸ ਬੋਲਦੇ ਹਾਂ। ਸੋ ਆਲ ਦੀਜ਼ ਆਰ ਦਾ ਮਿਨਰਲਸ ਫॉर ਦਾ ਆਇਰਨ ਇਨ ਦਾ ਕਰਸਟ ਆਫ ਅਰਥ। ਪਰ ਜੇ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਵੀ ਜਿਹੜਾ ਆਕਸਾਈਡ ਫਾਰਮ ਹੈ ਆਇਰਨ ਦਾ, ਆਕਸਾਈਡ ਆਫ ਆਇਰਨ ਵਿਚ ਆਰ ਹੈਮੇਟਾਈਟ ਐਂਡ ਮੈਗਨੇਟਾਈਟ, ਤਾਂ ਇਹ ਦੋ ਫਾਰਮ ਜਿਹੜੇ ਹੈਗੇ ਆ ਆਰ ਕੰਸੀਡਰਡ ਐਜ਼ ਓਰਸ ਬਿਕੋਜ਼ ਆਇਰਨ ਇਜ਼ ਐਕਸਟਰੈਕਟਡ ਬੈਨੀਫੀਸ਼ੀਅਲੀ ਫਰੋਮ ਦੀਜ਼। ਮੋਸਟਲੀ ਅਸੀਂ ਕੀ ਕਰਦੇ ਹੈਗੇ ਆ, ਆਇਰਨ ਨੂੰ ਹੈਮੇਟਾਈਟ ਤੋਂ ਐਕਸਟਰੈਕਟ ਕਰਦੇ ਹੈਗੇ ਆ। ਤਾਂ ਹੈਮੇਟਾਈਟ ਮੈਗਨੇਟਾਈਟ ਬੋਥ ਆਰ ਦਾ ਓਰਸ ਆਫ ਆਇਰਨ। ਤਾਂ ਅਸੀਂ ਕੀ ਲਿਖ ਸਕਦੇ ਹੈਗੇ ਆ ਵੀ ਆਇਰਨ ਨੂੰ ਜੇ ਐਕਸਟਰੈਕਟ ਕਰਨਾ ਬੈਨੀਫੀਸ਼ੀਅਲੀ, ਇਕੋਨਮਿਕਲੀ ਐਂਡ ਕਨਵੀਨੀਐਂਟਲੀ, ਤਾਂ ਇਹਦੀਆਂ ਆਕਸਾਈਡ ਓਰ ਤੋਂ ਕਰਿਆ ਜਾ ਸਕਦਾ ਹੈ। ਸੋ ਆਕਸਾਈਡ ਓਰਸ ਕੈਨ ਬੀ ਕਾਲਡ ਐਜ਼ ਦਾ ਓਰਸ ਫॉर ਦਾ ਆਇਰਨ, ਵਾਈਲ ਦਾ ਕਾਰਬੋਨੇਟ ਐਂਡ ਸਲਫਾਈਡ ਫਾਰਮਸ ਨੇ ਜਿਹੜੀਆਂ ਉਹ ਇਹਦੇ ਲਈ ਮਿਨਰਲ ਤਾਂ ਹੈਗੀਆਂ ਨੇ ਬਟ ਓਰਸ ਨਹੀਂ ਹੋ ਸਕਦੀਆਂ ਹੈਗੀਆਂ। ਸੋ ਦਿਸ ਇਜ਼ ਹਾਊ ਵਿਦ ਵਨ ਐਗਜ਼ਾਮਪਲ ਵੀ ਕੈਨ ਮੇਕ ਇਟ ਮੋਰ ਕਲੀਅਰ ਅਬਾਊਟ ਦਾ ਡਿਫਰੈਂਸ ਆਫ ਦ ਮਿਨਰਲਸ ਐਂਡ ਓਰਸ। ਦੈਨ ਨੈਕਸਟ ਇਜ਼ ਮਿਨਰਲ ਆਫ ਸਮ ਮੈਟਲ। ਤਾਂ ਇੱਥੇ ਮੈਂ ਕੁਛ ਤੁਹਾਡੇ ਨਾਲ ਲਿਸਟ ਡਿਸਕਸ ਕਰਨ ਜਾ ਰਿਹਾ ਜਿਹਦੇ ਵਿੱਚ ਮੈਂ ਤੁਹਾਨੂੰ ਡਿਫਰੈਂਟ ਮੈਟਲ ਦੇ ਮਿਨਰਲਸ ਦੀ ਇਨਫੋਰਮੇਸ਼ਨ ਦਾਂਗਾ। ਤਾਂ ਫਸਟ ਕੀ ਹੈ, ਐਲਮੀਨੀਅਮ। ਐਲਮੀਨੀਅਮ ਦਾ ਜੋ ਮਿਨਰਲ ਹੈ ਬੌਕਸਿਟ ਹੈ, ਇਹਦਾ ਫਾਰਮੂਲਾ ਕੀ ਹੈਗਾ, ਹਾਈਡਰੇਟਡ ਐਲੂਮੀਨਾ ਵੀ ਬੋਲਦੇ ਹਾਂ, ਹਾਈਡਰੇਟਡ ਐਲੂਮੀਨੀਅਮ ਆਕਸਾਈਡ ਵੀ ਬੋਲਦੇ ਹਾਂ, Al2O3 XH2O। ਸਿਮਿਲਰਲੀ ਆਇਰਨ, ਆਇਰਨ ਦਾ ਜੋ ਫਸਟ ਮਿਨਰਲ ਹੈਗਾ ਹੈਮੇਟਾਈਟ ਹੈ, Fe2O3, then ਮੈਗਨੇਟਾਈਟ ਹੈ Fe3O4, then ਸਿਡਰਾਈਟ ਹੈ FeCO3, ਆਇਰਨ ਦਾ ਕਾਰਬੋਨੇਟ ਹੈ ਜੋ ਆਇਰਨ। ਨੈਕਸਟ ਇਜ਼ ਕਾਪਰ, ਕਾਪਰ ਦਾ ਜੋ ਹੈ ਕਾਪਰ ਪਾਇਰਾਈਟਸ CuFeS2, then ਮੈਲਾਕਾਈਟ, cupric carbonate and cupric hydroxide ਦਾ combination ਹੈ, then cuprite ਜਿਹਨੂੰ ਅਸੀਂ cuprous oxide ਵੀ ਬੋਲਦੇ ਹਾਂ, then copper glans, this is the cuprous sulfide। next zinc, zinc ਲਈ ਜੇ ਅਸੀਂ ਚੈੱਕ ਕਰਦੇ ਹਾਂ ਤਾਂ zinc blend ਔਰ ਇਹਨੂੰ ਅਸੀਂ zinc sulfide ਵੀ ਕਹਿੰਦੇ ਹੈਗੇ ਆ। all these are the minerals of some zinc blend ਹੈ ਜੋ ਇਹਨੂੰ ਅਸੀਂ zinc sulfide ਵੀ ਬੋਲਦੇ ਹਾਂ। next is ਕੈਲਾਮਾਈਨ, ਜ਼ਿੰਕ ਕਾਰਬੋਨੇਟ ਹੈ, ਇਹ ਵੀ ਜ਼ਿੰਕ ਦਾ ਮਿਨਰਲ ਹੈ। ਸਿਮਿਲਰਲੀ ਜਿੰਸੇਟ ਹੈ ਜ਼ਿੰਕ ਆਕਸਾਈਡ, ਇਹ ਵੀ ਜ਼ਿੰਕ ਦਾ ਇੱਕ ਮਿਨਰਲ ਹੈ। ਸੋ ਦਿਸ ਵਾਜ ਦਾ ਲਿਸਟ ਆਫ ਸਮ ਮਿਨਰਲਸ ਆਫ ਸਮ ਮੈਟਲਸ। ਐਂਡ ਨੈਕਸਟ ਇਜ਼ ਮੈਟਲਰਜੀ ਐਂਡ ਮੈਟਲਰਜੀਕਲ ਓਪਰੇਸ਼ਨਸ। ਤਾਂ ਮੈਟਲਰਜੀ ਕੀ ਹੈ, ਮੈਟਲਰਜੀਕਲ ਓਪਰੇਸ਼ਨਸ ਕੀ ਹੈ। ਤਾਂ ਮੈਟਲਰਜੀ ਨੂੰ ਅਸੀਂ ਕਿਵੇਂ ਡਿਫਾਈਨ ਕਰਦੇ ਹਾਂ, ਦ ਪ੍ਰੋਸੈਸ ਆਫ ਐਕਸਟਰੈਕਸ਼ਨ ਆਫ ਮੈਟਲਸ ਫਰੋਮ ਇਟਸ ਓਰ ਇਜ਼ ਕਾਲਡ ਮੈਟਲਰਜੀ। ਤਾਂ ਜਿੰਨੇ ਵੀ ਅਸੀਂ ਸਟੈਪਸ ਫੋਲੋ ਕਰਦੇ ਹਾਂ ਮੈਟਲ ਨੂੰ ਇਹਦੀ ਓਰ ਤੋਂ ਵੱਖਰਾ ਕਰਾਉਣ ਲਈ, ਸੈਪਰੇਟ ਕਰਾਉਣ ਲਈ, ਉਹਨਾਂ ਸਾਰੇ ਪ੍ਰੋਸੈਸਿਸ ਦਾ ਸਟੈਪਸ ਦਾ ਇਕੱਠਾ ਨਾਂ ਕੀ ਹੈਗਾ, ਮੈਟਲਰਜੀ। ਤਾਂ ਜੋ ਵੀ ਸਟੈਪਸ ਇਹਦੇ ਵਿੱਚ ਆ ਜਾਂਦੇ ਆ, ਥੀਜ਼ ਆਰ ਕਾਲਡ ਐਜ਼ ਦਾ ਮੈਟਲਰਜੀਕਲ ਓਪਰੇਸ਼ਨਸ। ਤਾਂ ਮੈਟਲਰਜੀਕਲ ਓਪਰੇਸ਼ਨਸ ਨੂੰ ਅਸੀਂ ਕਿਵੇਂ ਡਿਫਾਈਨ ਕਰ ਸਕਦੇ ਹਾਂ, ਦ ਵੇਰੀਅਸ ਸਟੈਪਸ ਬਾਈ ਵਿਚ ਅ ਮੈਟਲ ਇਜ਼ ਐਕਸਟਰੈਕਟਡ ਫਰੋਮ ਇਟਸ ਓਰ ਆਰ ਕਾਲਡ ਐਜ਼ ਮੈਟਲਰਜੀਕਲ ਓਪਰੇਸ਼ਨ। ਜਿੰਨੇ ਵੀ ਸਟੈਪਸ ਹੈਗੇ ਆ ਤਾਂ ਉਹਨਾਂ ਦਾ ਇਕੱਠਾ ਨਾਂ ਕੀ ਹੈਗਾ, ਮੈਟਲਰਜੀਕਲ ਓਪਰੇਸ਼ਨਸ। ਕਿਉਂਕਿ ਜੋ ਮੈਟਲਰਜੀਕਲ ਓਪਰੇਸ਼ਨਸ ਨੇ ਉਹ ਮੈਟਲ ਦੀ ਫਿਜ਼ੀਕਲ ਕੈਮੀਕਲ ਪ੍ਰੋਪਰਟੀ ਦੇ ਬੇਸ 'ਤੇ ਬਣਾਏ ਜਾਂਦੇ ਆ।
ਸਾਰੀਆਂ ਮੈਟਲ ਨੂੰ ਉਹਨਾਂ ਦੀਆਂ ਓਰ ਤੋਂ ਐਕਸਟਰੈਕਟ ਕਰਨ ਦਾ ਕੋਈ ਸਿੰਗਲ ਮੈਥਡ ਨਹੀਂ ਹੈਗਾ। ਸਾਡੇ ਕੋਲ ਇੱਥੇ ਡਿਫਰੈਂਟ ਮੈਟਲ ਨੂੰ ਐਕਸਟਰੈਕਟ ਕਰਨ ਦੇ ਡਿਫਰੈਂਟ ਵੇਜ਼ ਹੈਗੇ ਆ। ਤਾਂ ਇਹਦਾ ਕਾਰਨ ਕੀ ਹੈ ਕਿ ਅਲੱਗ-ਅਲੱਗ ਮੈਟਲ ਦੀਆਂ ਅਲੱਗ-ਅਲੱਗ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਨੇ। ਇਸ ਕਰਕੇ ਸਾਨੂੰ ਇੱਕ ਮੈਥਡ ਸਾਡੇ ਕੋਲ ਕੋਈ ਅਵੇਲੇਬਲ ਨਹੀਂ ਹੈਗਾ ਜਿਹਦੇ ਨਾਲ ਅਸੀਂ ਸਾਰੀਆਂ ਮੈਟਲਸ ਨੂੰ ਐਕਸਟਰੈਕਟ ਕਰਾ ਸਕੀਏ ਡਿਫਰੈਂਟ ਓਰਸ ਤੋਂ। ਤਾਂ ਸਾਡੇ ਕੋਲ ਉਹਨਾਂ ਦੀਆਂ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਦੇ ਡਿਫਰੈਂਸ ਹੋਣ ਦੇ ਕਾਰਨ ਸਾਡੇ ਕੋਲ ਨੰਬਰ ਆਫ ਜਿਹੜੇ ਮੈਥਡਸ ਹੈਗੇ ਆ। ਸੋ ਆਲ ਦੀਜ਼ ਸਟੈਪਸ which we will follow here to extract metal from its ore, these are called as the metallurgical operations। ਤਾਂ metallurgical operation ਦੀ ਮੈਂ ਇੱਥੇ ਤੁਹਾਡੇ ਨਾਲ ਲਿਸਟ ਡਿਸਕਸ ਕਰਨ ਜਾ ਰਿਹਾ। ਆਊਟ ਆਫ these the first is crushing and grinding of the ore। ਤਾਂ ਅਸੀਂ ਪਹਿਲੇ ਸਟੈਪ ਦੇ ਵਿੱਚ ਜਿਹੜੀ ਸਾਡੇ ਕੋਲੇ ਓਰ ਸਾਨੂੰ ਮਿਲਦੀ ਹੈ ਮੈਟਲ ਦੀ, ਤਾਂ ਅਸੀਂ ਉਹਨੂੰ ਕ੍ਰਸ਼ ਕਰਦੇ ਹਾਂ, ਗ੍ਰਾਈਂਡ ਕਰਦੇ ਹੈਗੇ ਹਾਂ। ਸੈਕੰਡ ਸਟੈਪ ਦੇ ਵਿੱਚ ਅਸੀਂ ਉਹਨੂੰ ਕੌਨਸਨਟਰੇਟ ਕਰਵਾਉਂਦੇ ਹਾਂ, ਕੌਨਸਨਟ੍ਰੇਸ਼ਨ ਆਫ ਦਾ ਓਰ। ਦੈਨ ਥਰਡ ਸਟੈਪ ਜਿਹੜਾ ਹੈਗਾ ਐਕਸਟਰੈਕਸ਼ਨ ਆਫ ਕਰੂਡ ਮੈਟਲ ਫਰੋਮ ਦਾ ਕੌਨਸਨਟ੍ਰੇਟਡ ਓਰ। ਇੱਥੇ ਸਾਨੂੰ ਕਰੂਡ ਮੈਟਲ ਮਿਲ ਜਾਂਦੀ ਹੈ ਜਿਹੜੀ ਕਿ ਅਰਾਊਂਡ ਅਬਾਊਟ 99% ਦੇ ਅਰਾਊਂਡ ਪਿਓਰ ਹੁੰਦੀ ਹੈ। ਨੈਕਸਟ ਰਿਫਾਈਨਿੰਗ ਆਫ ਦਾ ਕਰੂਡ ਮੈਟਲ। ਤਾਂ ਇੱਥੇ ਅਸੀਂ 99% ਜੋ ਸਾਡੇ ਕੋਲ ਤੀਸਰੇ ਸਟੈਪ ਦੇ ਵਿੱਚ ਮੈਟਲ ਮਿਲੀ ਹੈ ਉਹਨੂੰ ਅਸੀਂ ਫਰਦਰ ਹੋਰ ਪਿਓਰੀਫਾਈ ਕਰਕੇ 99.9 ਦੇ ਅਰਾਊਂਡ ਪਿਓਰੀਫਾਈ ਕਰ ਲੈਂਦੇ ਹਾਂ। ਦੈਨ ਨੈਕਸਟ ਇਜ਼ ਫਸਟ ਸਟੈਪ। ਨਾਓ ਵੀ ਵਿਲ ਡਿਸਕਸ ਈਚ ਮੈਟਲਰਜੀਕਲ ਓਪਰੇਸ਼ਨ। ਜਿਵੇਂ ਕਿ ਤੁਸੀਂ ਦੇਖਿਆ ਟੋਟਲ 4 ਸਟੈਪ ਹੈ ਮੈਟਲਰਜੀਕਲ ਓਪਰੇਸ਼ਨ ਦੇ, ਤਾਂ ਅਸੀਂ ਉਹਨਾਂ ਵਿੱਚੋਂ ਫਸਟ ਮੈਟਲਰਜੀਕਲ ਓਪਰੇਸ਼ਨ ਜਿਹੜਾ ਹੈਗਾ ਉਹਨੂੰ ਇੱਥੇ ਡਿਸਕਸ ਕਰਾਂਗੇ। ਕ੍ਰਸ਼ਿੰਗ ਐਂਡ ਗ੍ਰਾਈਂਡਿੰਗ ਕੀ ਹੁੰਦਾ ਹੈ। In this step, the lumps of ore are broken down to obtain small pieces. This is called as crushing. This is done with the help of crushers। ਤਾਂ ਇਹਦਾ ਕੀ ਮਤਲਬ ਹੈ ਕਿ ਸਾਡੇ ਕੋਲੇ ਜੋ ਓਰ ਸਾਨੂੰ ਨੇਚਰ ਤੋਂ ਮਿਲਦੀ ਹੈ ਉਹ ਵੱਡੇ ਵੱਡੇ ਡਲਿਆਂ ਦੇ ਵਿੱਚ ਵੱਡੇ ਵੱਡੇ ਟੁਕੜਿਆਂ ਦੀ ਫਾਰਮ ਦੇ ਵਿੱਚ ਅਵੇਲੇਬਲ ਹੁੰਦੀ ਹੈ। ਤਾਂ ਅਸੀਂ ਉਹਨੂੰ ਪਹਿਲਾਂ ਛੋਟੇ ਪੀਸਸ ਦੇ ਵਿੱਚ ਤੋੜਦੇ ਹਾਂ। This process of converting the big lumps into the small pieces is called as crushing। ਤਾਂ ਜਿਹੜੀ ਕ੍ਰਸ਼ਿੰਗ ਹੈਗੀ ਆ ਉਹਨੂੰ ਅਸੀਂ ਕ੍ਰਸ਼ਰਸ ਦੀ ਹੈਲਪ ਨਾਲ ਕਰਦੇ ਹਾਂ। ਜਿਵੇਂ ਕਿ ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਦੇਖਿਆ ਹੋਣਾ ਕਿ ਵੱਡੇ ਵੱਡੇ ਜਿਹੜੇ ਸਟੋਨ ਦੇ ਟੁਕੜੇ ਹੁੰਦੇ ਆ ਉਹਨਾਂ ਨੂੰ ਕ੍ਰਸ਼ ਕਰਕੇ ਗ੍ਰੇਵਲ, ਜਿਹਨੂੰ ਅਸੀਂ ਬਜਰੀ ਬੋਲਦੇ ਹਾਂ, ਉਹ ਬਣਾਉਣ ਦੇ ਲਈ ਅਸੀਂ ਉਹਨਾਂ ਨੂੰ ਸਮਾਲ ਪੀਸਸ 'ਚ ਕਨਵਰਟ ਕਰਦੇ ਹਾਂ। ਤਾਂ ਇਹ ਕਿੱਥੇ ਕਰਿਆ ਜਾਂਦਾ? ਕ੍ਰਸ਼ਰਸ ਦੀ ਹੈਲਪ ਨਾਲ। ਉਹੀ ਸੇਮ ਪ੍ਰੋਸੈਸ ਇੱਥੇ ਹੈ। ਤਾਂ ਜਿਹੜੇ ਸਾਡੇ ਕੋਲ ਓਰਸ ਦੇ ਵੱਡੇ ਵੱਡੇ ਟੁਕੜੇ ਮਿਲਦੇ ਆ ਅਸੀਂ ਉਹਨਾਂ ਨੂੰ ਪਹਿਲਾਂ ਕ੍ਰਸ਼ ਕਰਕੇ ਕ੍ਰਸ਼ਰਸ ਦੀ ਹੈਲਪ ਦੇ ਨਾਲ ਛੋਟੇ ਟੁਕੜਿਆਂ ਦੇ ਵਿੱਚ ਕਨਵਰਟ ਕਰਦੇ ਹਾਂ। ਕ੍ਰਸ਼ਡ ਓਰ ਇਜ਼ ਦੈਨ ਫਰਦਰ ਕਨਵਰਟਡ ਟੂ ਦਾ ਫਾਈਨ ਪਾਊਡਰ। ਤਾਂ ਜਿਹੜੀ ਕ੍ਰਸ਼ਡ ਓਰ ਹੈਗੀ ਆ ਅਸੀਂ ਉਹਨੂੰ ਅੱਗੇ ਫਿਰ ਫਾਈਨ ਪਾਊਡਰ ਦੇ ਵਿੱਚ ਕਨਵਰਟ ਕਰਦੇ ਹਾਂ। ਦਿਸ ਪ੍ਰੋਸੈਸ ਇਜ਼ ਕਾਲਡ ਐਜ਼ ਗ੍ਰਾਈਂਡਿੰਗ ਔਰ ਪਲਵਰਾਈਜੇਸ਼ਨ। ਤਾਂ ਇੱਥੇ ਇਸ ਸਟੈਪ ਦੇ ਵਿੱਚ ਅਸੀਂ ਕੀ ਕਰਦੇ ਹਾਂ, ਉਹਨੂੰ ਫਾਈਨ ਪਾਊਡਰ 'ਚ ਕਨਵਰਟ ਕਰਦੇ ਹਾਂ ਛੋਟੇ ਟੁਕੜਿਆਂ ਨੂੰ। ਤਾਂ ਇਹਨੂੰ ਅਸੀਂ ਵਿਦ ਦ ਹੈਲਪ ਆਫ ਸਟੈਂਪ ਮਿਲਸ ਔਰ ਬਾਲ ਮਿਲਸ ਦੀ ਹੈਲਪ ਦੇ ਨਾਲ ਅਸੀਂ ਕਰਦੇ ਹੈਗੇ ਹਾਂ। ਤਾਂ ਪਲਵਰਾਈਜੇਸ਼ਨ ਔਰ ਗ੍ਰਾਈਂਡਿੰਗ ਇਜ਼ ਡਨ ਵਿਦ ਦ ਹੈਲਪ ਆਫ ਸਟੈਂਪ ਮਿਲਸ ਔਰ ਬਾਲ ਮਿਲਸ। ਤਾਂ ਅਸੀਂ ਬਾਲ ਮਿਲਸ ਦੀ ਹੈਲਪ ਦੇ ਨਾਲ ਇਹਨਾਂ ਨੂੰ ਕ੍ਰਸ਼ ਕਰਕੇ ਫਾਈਨ ਪਾਊਡਰ 'ਚ ਕਨਵਰਟ ਕਰ ਲੈਂਦੇ ਹੈਗੇ ਆ। ਤਾਂ ਦਿਸ ਵਾਜ਼ ਆਲ ਅਬਾਊਟ ਇਨ ਦਾ ਫਸਟ ਸਟੈਪ, that is crushing and grinding। Then we will discuss the second step here। The second step is the concentration of ore। ਤਾਂ concentration ਦਾ ਕੀ meaning ਹੁੰਦਾ ਹੈ? We are going to discuss this। Ore contains some unwanted earthy or siliceous impurities in it। ਜਿਹੜੀ ore ਹੈਗੀ ਆ ਉਹਦੇ ਵਿੱਚ ਕੁਝ ਸੈਂਡ ਲਾਈਕ ਸਟੋਨ ਲਾਈਕ ਇੰਪਿਓਰਿਟੀਜ਼ ਹੁੰਦੀਆਂ ਨੇ। These are called as gang particles or matrix। ਇਹਨਾਂ ਦਾ ਨਾਂ ਕੀ ਹੈਗਾ? ਗੈਂਗ ਪਾਰਟੀਕਲਸ ਬੋਲਦੇ ਆ ਉਹਨਾਂ ਨੂੰ, ਜਾਂ ਅਸੀਂ ਇਹਨਾਂ ਨੂੰ ਮੈਟ੍ਰਿਕਸ ਕਹਿੰਦੇ ਹੈਗੇ ਆ। ਰਿਮੂਵਲ ਆਫ ਥੀਜ਼ ਅਰਥੀ ਇੰਪਿਓਰਿਟੀਜ਼ ਫਰੋਮ ਦਾ ਓਰ ਇਜ਼ ਕਾਲਡ ਐਜ਼ ਕੌਨਸਨਟ੍ਰੇਸ਼ਨ ਆਫ ਓਰ ਔਰ ਓਰ ਡਰੈਸਿੰਗ। ਤਾਂ ਸਾਨੂੰ ਓਰ ਦੇ ਵਿੱਚੋਂ ਇਹਨਾਂ ਅਨਵਾਂਟਡ ਸਿਲੀਸ਼ੀਅਸ ਅਰਥੀ ਇੰਪਿਓਰਿਟੀਜ਼ ਨੂੰ ਰਿਮੂਵ ਕਰਵਾਉਣਾ ਪੈਂਦਾ ਹੈ। ਇਸ ਰਿਮੂਵ ਕਰਾਉਣ ਦੇ ਓਵਰਆਲ ਪ੍ਰੋਸੈਸ ਦਾ ਨਾਂ ਕੀ ਹੈਗਾ? ਕੌਨਸਨਟ੍ਰੇਸ਼ਨ ਆਫ ਓਰ ਔਰ ਇਟ ਇਜ਼ ਕਾਲਡ ਐਜ਼ ਦਾ ਓਰ ਡਰੈਸਿੰਗ। ਤਾਂ ਅੱਗੇ ਜਿਸ ਮੈਥਡ ਦੇ ਨਾਲ ਅਸੀਂ ਇਹਨਾਂ ਨੂੰ ਕੌਨਸਨਟ੍ਰੇਟ ਕਰਵਾਉਂਦੇ ਹਾਂ ਉਹ ਡਿਫਰੈਂਟ ਓਰਸ ਲਈ ਆਪਣੇ ਕੋਲ ਅਲੱਗ-ਅਲੱਗ ਹੈਗੇ ਆ। The process by which concentration of ore is done is called as benefaction process। ਤਾਂ ਜਿੰਨੇ ਵੀ ਪ੍ਰੋਸੈਸਿਸ ਦੀ ਹੈਲਪ ਦੇ ਨਾਲ
ਅਸੀਂ ਓਰ ਨੂੰ ਕਨਸੈਂਟਰੇਟ ਕਰਵਾਉਂਦੇ ਹਾਂ ਤਾਂ ਉਹਨਾਂ ਸਾਰਿਆਂ ਦਾ ਨਾਂ ਕੀ ਹੈਗਾ, ਬੈਨੀਫੈਕਸ਼ਨ ਪ੍ਰੋਸੈਸਿਸ। ਤਾਂ ਸਾਰੇ ਜਿਹੜੇ ਹੈਗੇ ਆ ਉਹ ਬੈਨੀਫੈਕਸ਼ਨ ਪ੍ਰੋਸੈਸਿਸ ਨੇ। ਤਾਂ ਮੈਂ ਤੁਹਾਡੇ ਨਾਲ ਇੱਥੇ ਡਿਸਕਸ ਕਰਾਂਗਾ 1 ਬਾਏ 1 ਕਰਕੇ। ਤੋ ਜਿੰਨੇ ਵੀ ਆਪਣੇ ਕੋਲ ਮੈਥਡਸ ਹੈਗੇ ਆ ਉਹਨਾਂ ਵਿੱਚੋਂ ਫਸਟ ਹੈ ਹੈਂਡ ਪਿਕਿੰਗ, second is hydraulic washing, then third is electromagnetic separation, then fourth is froth flotation process, then fifth is leaching। ਤਾਂ ਟੋਟਲ 5 ਤਰੀਕੇ ਹੈਗੇ ਆ ਜਿਨ੍ਹਾਂ ਨਾਲ ਅਸੀਂ ਮੈਟਲ ਨੂੰ ਕਨਸੈਂਟਰੇਟ ਕਰਾ ਸਕਦੇ ਹਾਂ। ਆਈ ਐਮ ਰਿਪੀਟਿੰਗ ਆਲ ਥੀਸ: ਹੈਂਡ ਪਿਕਿੰਗ, ਹਾਈਡ੍ਰੋਲਿਕ ਵਾਸ਼ਿੰਗ, ਇਲੈਕਟ੍ਰੋਮੈਗਨੈਟਿਕ ਸੈਪਰੇਸ਼ਨ, froth flotation process, and fifth one is the leaching। Now we will discuss these one by one। ਇਹਨਾਂ ਨੂੰ ਇੱਕ ਇੱਕ ਕਰਕੇ ਅਸੀਂ ਇੱਥੇ ਡਿਸਕਸ ਕਰਨਾ। ਸੋ ਫਸਟ ਆਈ ਐਮ ਸਟਾਰਟਿੰਗ ਵਿਦ ਦ ਹੈਂਡ ਪਿਕਿੰਗ। ਹੈਂਡ ਪਿਕਿੰਗ ਕੀ ਹੈਗਾ? This method is used to concentrate the ore when impurities are so distinct that they can be identified with the help of naked eye। ਜੇ ਪਾਊਡਰਡ ਓਰ ਦੇ ਵਿੱਚ ਸਾਨੂੰ ਇੰਪਿਓਰਿਟੀਜ਼ ਦਿਖਾਈ ਦਿੰਦੀਆਂ ਨੇ by using magnifying glass or with the help of naked eye, ਤਾਂ ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਇੰਪਿਓਰਿਟੀਜ਼ ਨੂੰ ਜਸਟ ਵੀ ਵਿਲ ਪਿਕ them and throw them out। ਤਾਂ ਅਸੀਂ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟ ਦਿਆਂਗੇ ਜੇ ਸਾਨੂੰ ਉਹ ਵਿਜ਼ੀਬਲ ਹੈਗੀਆਂ ਨੇ ਤਾਂ। ਦਿਸ ਇਜ਼ ਸਿਮਿਲਰ ਜਿਵੇਂ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਕੀ ਕਰਦੇ ਹਾਂ ਵੀ ਦਾਲਾਂ ਦੇ ਵਿੱਚੋਂ ਕੰਕਰ ਨੂੰ ਚੁੱਕ ਕੇ ਬਾਹਰ ਸੁੱਟਦੇ ਹੈਗੇ ਆ, ਤਾਂ ਉਹ ਜਿਹੜੇ ਕੰਕਰ ਹੈ ਸਟੋਨ ਲਾਈਕ ਸਬਸਟੈਂਸਸ ਹੈਗੇ ਆ, ਥੀਸ ਆਰ ਕਾਲਡ ਐਜ਼ ਦ ਇੰਪਿਓਰਿਟੀਜ਼। ਵੀ ਪਿਕ them up and throw them out। ਤਾਂ ਇਸ ਮੈਥਡ ਦੇ ਵਿੱਚ ਅਸੀਂ ਇੰਪਿਓਰਿਟੀ ਨੂੰ ਜਸਟ ਪਿਕ ਕਰਨਾ ਹੁੰਦਾ ਅਤੇ ਥਰੋ ਕਰਦੇ ਹਾਂ। ਤਾਂ ਇਹ ਤਾਂ ਹੀ ਪੋਸੀਬਲ ਹੈ ਜੇ ਇੰਪਿਓਰਿਟੀ ਸਾਨੂੰ ਨੇਕਡ ਆਈ ਨਾਲ ਵਿਜ਼ੀਬਲ ਹੈਗੀਆਂ ਨੇ। ਸੋ ਦਿਸ ਵਾਜ਼ ਦ ਹੈਂਡ ਪਿਕਿੰਗ ਮੈਥਡ। ਦੈਨ ਨੈਕਸਟ ਇਜ਼ ਦ ਸੈਕਿੰਡ ਮੈਥਡ, ਹਾਈਡ੍ਰੋਲਿਕ ਵਾਸ਼ਿੰਗ। ਦਿਸ ਇਜ਼ ਆਲਸੋ ਕਾਲਡ ਐਜ਼ ਦ ਗ੍ਰੈਵਿਟੀ ਸੈਪਰੇਸ਼ਨ ਐਂਡ ਲੈਵੀਗੇਸ਼ਨ। ਤਾਂ ਇਹ ਤਿੰਨੋਂ ਨਾਂ ਇਸ ਇੱਕੋ ਹੀ ਮੈਥਡ ਦੇ ਹੈਗੇ ਆ। ਤਾਂ ਇਸ ਮੈਥਡ ਦੀ ਡਿਟੇਲ ਅਸੀਂ ਡਿਸਕਸ ਕਰਨ ਲੱਗੇ ਹਾਂ। This method is used when there is difference between the specific gravities of the ore and the gangue particle। ਇਸ ਮੈਥਡ ਨੂੰ ਅਸੀਂ ਓਰ ਨੂੰ ਕਨਸੈਂਟਰੇਟ ਕਰਾਉਣ ਲਈ ਤਾਂ ਯੂਜ਼ ਕਰਦੇ ਹਾਂ ਕਿ ਜੇਕਰ ਗੈਂਗ ਪਾਰਟੀਕਲ ਦੈਟ ਇਜ਼ ਅਨਵਾਂਟਡ ਮਟੀਰੀਅਲ ਐਂਡ ਓਰ ਪਾਰਟੀਕਲ ਦੀ ਡੈਂਸਿਟੀ ਦੇ ਵਿੱਚ ਕਹਿ ਲਓ ਜਾਂ ਸਪੈਸੀਫਿਕ ਗ੍ਰੈਵਿਟੀ ਦੇ ਵਿੱਚ ਕਹਿ ਲਓ, ਆਪਾਂ ਕਹਿ ਸਕਦੇ ਹਾਂ ਉਹਦੇ ਭਾਰੇਪਣ ਦੇ ਵਿੱਚ ਫਰਕ ਹੈਗਾ। ਤਾਂ ਇਸ ਮੈਥਡ ਨੂੰ ਅਸੀਂ ਯੂਜ਼ ਕਰਕੇ ਓਰ ਨੂੰ ਕਨਸੈਂਟਰੇਟ ਕਰਾ ਸਕਦੇ ਹੈਗੇ ਹਾਂ। ਇਟ ਇਜ਼ ਦੇਅਰਫੋਰ ਅ ਟਾਈਪ ਆਫ ਗ੍ਰੈਵਿਟੀ ਸੈਪਰੇਸ਼ਨ। ਜਿਵੇਂ ਕਿ ਤੁਹਾਨੂੰ ਪਤਾ ਵੀ ਗ੍ਰੈਵਿਟੇਸ਼ਨ ਫੋਰਸ ਜੋ ਅਰਥ ਲਗਾਉਂਦੀ ਹੈ ਹੈਵੀ ਪਾਰਟੀਕਲਸ ਨੂੰ ਨੀਚੇ ਖਿੱਚਦੀ ਹੈ, ਤਾਂ ਇਨ ਦਾ ਸੇਮ ਵੇ ਇਸ ਮੈਥਡ ਦੇ ਵਿੱਚ ਵੀ ਜਿਹੜੇ ਹੈਵੀ ਪਾਰਟੀਕਲਸ ਹੁੰਦੇ ਆ ਡਿਊਰਿੰਗ ਦਾ ਵਰਕ ਪ੍ਰੋਸੈਸ ਆਫ ਦਿਸ ਮੈਥਡ ਦੇ ਸੈਟਲ ਡਾਊਨ, ਇਹ ਨੀਚੇ ਬੈਠ ਜਾਂਦੇ ਨੇ। ਤਾਂ ਦੈਟਸ ਵਾਈ ਇਹਨੂੰ ਅਸੀਂ ਗ੍ਰੈਵਿਟੀ ਸੈਪਰੇਸ਼ਨ ਵੀ ਬੋਲ ਸਕਦੇ ਹਾਂ। ਇਨ ਦਿਸ ਪ੍ਰੋਸੈਸ ਐਨ ਅਪਵਰਡ ਸਟਰੀਮ ਆਫ ਰਨਿੰਗ ਵਾਟਰ ਇਜ਼ ਯੂਜ਼ਡ ਟੂ ਵਾਸ਼ ਦ ਪਾਊਡਰਡ ਓਰ। ਇਸ ਮੈਥਡ ਦੀ ਹੁਣ ਸਾਡੇ ਕੋਲ ਡਿਟੇਲ ਹੈ। ਤਾਂ ਅਸੀਂ ਕੀ ਕਰਦੇ ਹਾਂ, ਪਾਊਡਰਡ ਓਰ ਦੇ ਵਿੱਚੋਂ ਵਾਟਰ ਦੀ ਸਟਰੀਮ ਨੂੰ ਹਾਈ ਪ੍ਰੈਸ਼ਰ 'ਤੇ ਲਗਾਉਂਦੇ ਹਾਂ। The lighter gangue particles are washed away and the heavier ore particles are left behind। ਤਾਂ ਹੁੰਦਾ ਕੀ ਹੈ, ਜਿਹੜੇ ਲਾਈਟਰ ਪਾਰਟੀਕਲਸ ਹੁੰਦੇ ਆ ਉਹ ਵਾਟਰ ਦੀ ਸਟਰੀਮ ਦੇ ਨਾਲ ਵਹਿ ਕੇ ਚਲੇ ਜਾਂਦੇ ਆ, ਜਦੋਂ ਕਿ ਜਿਹੜੇ ਹੈਵੀ ਪਾਰਟੀਕਲਸ ਹੁੰਦੇ ਆ ਉਹ ਬੈਕ 'ਤੇ ਰਹਿ ਜਾਂਦੇ ਆ। ਜੇ ਅਸੀਂ ਦੇਖੀਏ ਤਾਂ ਇਹਨੂੰ ਅਸੀਂ ਸਿੰਪਲ ਵੇ ਦੇ ਨਾਲ ਕਿਸੇ ਸਲੋਪਿੰਗ ਅਰਥ ਦੇ ਉੱਪਰ ਰੱਖ ਕੇ ਹੀਪ ਨੂੰ ਉਹਦੇ ਵਿੱਚ ਵਾਟਰ ਦੀ ਸਟਰੀਮ ਪਾਸ ਕਰ ਸਕਦੇ ਹਾਂ, ਤਾਂ ਲਾਈਟਰ ਪਾਰਟੀਕਲ ਪਾਣੀ ਨਾਲ ਵਹਿ ਕੇ ਅੱਗੇ ਚਲੇ ਜਾਣਗੇ, ਜਦੋਂ ਕਿ ਜਿਹੜੇ ਹੈਵੀ ਓਰ ਪਾਰਟੀਕਲਸ ਹੋਣਗੇ ਉਹ ਬੈਕ 'ਤੇ ਰਹਿ ਜਾਣਗੇ। ਦਿਸ ਇਜ਼ ਹਾਊ ਵੀ ਕੈਨ ਸੈਪਰੇਟ ਦੈਮ ਇਫ ਦੇਅਰ ਇਜ਼ ਦ ਡਿਫਰੈਂਸ ਇਨ ਦ specific gravities of the gangue particles and that of the ore particle। this method can be used then। so ਜੇ ਆਪਾਂ ਇਹਦੀ ਡਿਟੇਲ ਦੀ ਡਿਸਕਸ ਕਰੀਏ ਤਾਂ ਐਗਜ਼ਾਮਪਲ ਵੀ ਆਪਾਂ ਇਹਦੀ ਅੱਗੇ ਜਾ ਕੇ ਪੜ੍ਹਾਂਗੇ। ਆਇਰਨ ਦੀ ਐਕਸਟਰੈਕਸ਼ਨ ਜੇਕਰ ਅਸੀਂ ਕਰਦੇ ਹਾਂ ਹੈਮੇਟਾਈਟ ਤੋਂ, ਤਾਂ ਅਸੀਂ ਉੱਥੇ ਜਾ ਕੇ ਪੜ੍ਹਾਂਗੇ ਹੈਮੇਟਾਈਟ ਨੂੰ ਕਨਸੈਂਟਰੇਟ ਕਰਾਉਣ ਦੇ ਲਈ ਹਾਈਡ੍ਰੋਲਿਕ ਵਾਸ਼ਿੰਗ ਜਿਹੜਾ ਮੈਥਡ ਹੈ ਉਹ ਯੂਜ਼ ਕੀਤਾ ਜਾਂਦਾ ਹੈ ਇਫ ਵੀ ਆਰ ਐਕਸਟਰੈਕਟਿੰਗ ਆਇਰਨ ਫਰੋਮ ਹੈਮੇਟਾਈਟ। Then next is the magnetic separation। The third method जो है concentrate कराने ਲਈ, this is magnetic separation। This method is based on differences in the magnetic properties of the ore component। It can be used if either the ore or the gangue is magnetically active। ਇਹ ਮੈਥਡ ਅਸੀਂ ਤਾਂ ਯੂਜ਼ ਕਰ ਸਕਦੇ ਹਾਂ ਜੇਕਰ ਓਰ ਪਾਰਟੀਕਲ ਅਤੇ ਗੈਂਗ ਪਾਰਟੀਕਲ ਦੇ ਵਿੱਚੋਂ ਕੋਈ ਇੱਕ ਮੈਗਨੈਟਿਕਲੀ ਐਕਟਿਵ ਹੋਵੇ।
ਮੀਨਸ ਕਿ ਉਹ ਮੈਗਨੇਟ ਵੱਲ ਨੂੰ ਖਿੱਚਿਆ ਜਾਂਦਾ ਹੋਵੇ। ਮੈਗਨੈਟਿਕਲੀ ਐਕਟਿਵ ਸਬਸਟੈਂਸਸ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਆਇਰਨ ਨੂੰ ਮੈਗਨੇਟ ਆਪਣੇ ਵੱਲ ਖਿੱਚਦਾ, ਤਾਂ ਅਸੀਂ ਆਇਰਨ ਨੂੰ ਮੈਗਨੈਟਿਕਲੀ ਐਕਟਿਵ ਸਬਸਟੈਂਸ ਬੋਲਦੇ ਹਾਂ। ਤਾਂ ਇੱਥੇ ਕੀ ਹੈਗਾ ਵੀ ਜਿਹੜੀ ਸਾਡੇ ਕੋਲ ਪਾਊਡਰਡ ਓਰ ਹੈ ਉਹਦੇ ਵਿੱਚ ਓਰ ਪਾਰਟੀਕਲ ਅਤੇ ਇੰਪਿਓਰਿਟੀਜ਼ ਨੇ। ਆਊਟ ਆਫ ਦ ਟੂ that is impurities and the ore particle, one should be magnetically active, only then this method can be used। ਤਾਂ ਇਸ ਮੈਥਡ ਦੀ ਐਗਜ਼ਾਮਪਲ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਾ, ਇਨ ਦ ਐਕਸਟ੍ਰੈਕਸ਼ਨ ਆਫ ਆਇਰਨ ਫਰੋਮ ਮੈਗਨੇਟਾਈਟ। ਜੇਕਰ ਅਸੀਂ ਆਇਰਨ ਦੀ ਜੋ ਆਕਸਾਈਡ ਓਰ ਹੈ ਮੈਗਨੇਟਾਈਟ ਜਿਹੜੀ ਅਸੀਂ ਉੱਥੇ ਲਿਸਟ ਦੇ ਵਿੱਚ ਡਿਸਕਸ ਕੀਤੀ ਹੈ Fe3O4, ਜੇਕਰ ਅਸੀਂ ਆਇਰਨ ਨੂੰ ਮੈਗਨੇਟਾਈਟ ਤੋਂ ਐਕਸਟ੍ਰੈਕਟ ਕਰਾਉਂਦੇ ਹਾਂ ਤਾਂ ਅਸੀਂ ਇਸ ਮੈਥਡ ਦੇ ਨਾਲ ਉਹਨੂੰ ਕੌਨਸਨਟਰੇਟ ਕਰਾ ਸਕਦੇ ਹਾਂ ਮੈਗਨੇਟਾਈਟ ਨੂੰ। ਦ ਪਾਊਡਰਡ ਓਰ ਇਜ਼ ਡਰੋਪਡ ਓਵਰ ਅ ਕਨਵੇਅਰ ਬੈਲਟ। ਤਾਂ ਇਸ ਮੈਥਡ ਦਾ ਜੇਕਰ ਅਸੀਂ ਡਾਇਗਰਾਮ ਦੇਖਾਂਗੇ ਨੈਕਸਟ ਸਲਾਈਡ ਦੇ ਵਿੱਚ, ਅਸੀਂ ਕੀ ਕਰਦੇ ਹਾਂ, ਪਾਊਡਰਡ ਓਰ ਨੂੰ ਡਰੋਪ ਕਰਦੇ ਹੈਗੇ ਹਾਂ ਕਨਵੇਅਰ ਬੈਲਟ ਦੇ ਉੱਪਰ, ਵਿਚ ਮੂਵਸ ਓਵਰ ਆ ਮੈਗਨੈਟਿਕ ਰੋਲਰ, ਜਿਹੜੀ ਕਿ ਇੱਕ ਮੈਗਨੈਟਿਕ ਰੋਲਰ 'ਤੇ ਮੂਵ ਕਰਦੀ ਹੈ। ਮੈਗਨੈਟਿਕ ਸਬਸਟੈਂਸਸ ਰਿਮੇਨ ਅਟਰੈਕਟਿਡ ਟੂਵਰਡ ਦ ਬੈਲਟ ਐਂਡ fall close to the magnetic roller while the non-magnetic impurities fall away from the roller। ਤਾਂ ਇੱਥੇ ਕੀ ਹੁੰਦਾ ਹੈ, two heaps are formed, one of the ore particle and other of the impurities। ਇਸ ਡਾਇਗਰਾਮ ਦੇ ਵਿੱਚ ਤੁਹਾਨੂੰ ਮੈਂ ਕਲੀਅਰ ਕਰ ਰਿਹਾ, ਦੇਖੋ ਜੋ ਸੈਕਿੰਡ ਵਾਲਾ ਮੈਗਨੈਟਿਕ ਰੋਲਰ ਹੈ ਲੈਫਟ ਸਾਈਡ 'ਤੇ ਹੈ ਜੋ, ਤਾਂ ਇਹਦੇ ਵਿੱਚ ਨੀਚੇ ਦੋ ਬਾਕਸਿਸ ਦਿਖਾਏ ਗਏ ਨੇ। ਜਿਹੜਾ ਬਾਕਸ ਰੈੱਡ ਕਲਰ ਨਾਲ ਸ਼ੋ ਕੀਤਾ ਹੋਇਆ, ਇੱਥੇ ਮੈਗਨੈਟਿਕਲੀ ਐਕਟਿਵ ਸਬਸਟੈਂਸ ਨੇ ਜਿਹੜੇ ਇਸ ਮੈਗਨੈਟਿਕਲੀ ਐਕਟਿਵ ਰੋਲਰ ਦੇ ਨਾਲ ਸਟਿਕ ਕਰਨ ਦੀ ਕੋਸ਼ਿਸ਼ ਕਰਦੇ ਆ, ਅਤੇ ਇਹ ਬਿਲਕੁਲ ਇਸ ਰੈੱਡ ਕਲਰ ਦੇ ਬਾਕਸ ਦੇ ਵਿੱਚ ਫਾਲ ਕਰਦੇ ਆ। ਜਦੋਂ ਕਿ ਜਿਹੜੇ ਮੈਗਨੈਟਿਕਲੀ ਇਨਐਕਟਿਵ ਹੁੰਦੇ ਆ, ਦੇ ਟਰਾਈ ਟੂ ਫਾਲ ਅਵੇ ਫਰੋਮ ਦਾ ਮੈਗਨੈਟਿਕ ਰੋਲਰ, ਕਿਉਂਕਿ ਇਹਦੇ ਨਾਲ ਸਟਿਕ ਨਹੀਂ ਕਰਦੇ। ਦੀਜ਼ ਆਰ ਨਾਟ ਅਟਰੈਕਟਿਡ ਬਾਏ ਦਾ ਮੈਗਨੈਟਿਕ ਰੋਲਰ, ਦੈਟਸ ਵਾਈ ਦੇ ਫਾਲ ਅਵੇ। ਤਾਂ ਜਿਹੜੀ ਇਹ ਬੈਲਟ ਦੇ ਉੱਪਰ ਅਸੀਂ ਦਿਖਾਇਆ ਹੋਇਆ, ਬੈਲਟ ਜਿਹੜੀ ਹੈ ਕਨਵੇਅਰ ਬੈਲਟ ਹੈ, ਜਿਹਦੇ ਉੱਪਰ ਇਹ ਦੋਨੋਂ ਸਬਸਟੈਂਸ ਸਲੋਲੀ ਮੂਵ ਕਰਕੇ ਮੈਗਨੈਟਿਕ ਰੋਲਰ ਤੋਂ ਪਾਸ ਕਰਦੇ ਹੈ। ਤਾਂ ਦਿਸ ਇਜ਼ ਹਾਊ ਵੀ ਕੈਨ obtain the non-magnetic substance in a separate heap and a magnetically active substance in a separate heap। ਤਾਂ ਇਸ ਮੈਥਡ ਨੂੰ ਅਸੀਂ ਮੈਗਨੈਟਿਕ ਸੈਪਰੇਸ਼ਨ ਦਾ ਨਾਮ ਦਿੱਤਾ ਹੋਇਆ, ਕਿਉਂਕਿ ਇਹ ਓਰ ਪਾਰਟੀਕਲ ਅਤੇ ਇੰਪਿਓਰਿਟੀ ਦੇ ਵਿੱਚੋਂ ਕੋਈ ਇੱਕ ਮੈਗਨੈਟਿਕਲੀ ਐਕਟਿਵ ਹੋਣਾ ਚਾਹੀਦਾ, ਤਾਂ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਮੋਰ ਓਵਰ ਅਸੀਂ ਇੱਥੇ ਐਗਜ਼ਾਮਪਲ ਵੀ ਡਿਸਕਸ ਕਰ ਲਈ ਹੈ ਕਿ ਜੇਕਰ ਅਸੀਂ ਮੈਗਨੇਟਾਈਟ ਤੋਂ ਆਇਰਨ ਨੂੰ ਐਕਸਟਰੈਕਟ ਕਰਾ ਰਹੇ ਹਾਂ ਤਾਂ ਮੈਗਨੇਟਾਈਟ ਦੀ ਕੌਨਸਨਟ੍ਰੇਸ਼ਨ ਮੈਗਨੈਟਿਕ ਸੈਪਰੇਸ਼ਨ ਮੈਥਡ ਦੇ ਨਾਲ ਕਰ ਸਕਦੇ ਹਾਂ। ਇਸ ਤੋਂ ਬਿਨਾਂ ਅਸੀਂ ਹੋਰ ਵੀ ਓਰਸ ਹੈਗੀਆਂ ਜਿਨ੍ਹਾਂ ਦੀ ਅਸੀਂ ਕੌਨਸਨਟ੍ਰੇਸ਼ਨ ਇਹਦੇ ਨਾਲ ਕਰ ਸਕਦੇ ਹਾਂ, ਲਾਈਕ ਟੰਗਸਟੇਟਸ ਆਫ ਆਇਰਨ ਹੈ ਸਾਡੇ ਕੋਲ, ਉਹਦੇ ਲਈ ਵੀ ਅਸੀਂ ਇਹ ਮੈਥਡ ਅਡੋਪਟ ਕਰ ਸਕਦੇ ਹੈਗੇ ਹਾਂ। ਸੋ ਮੈਨੀ ਐਗਜ਼ਾਮਪਲਸ ਆਰ ਦੇਅਰ for the magnetic separation। Then froth flotation process, this is the fourth method of extraction। Here we are concentrating the ore with the froth flotation process। This method is used for removing gangue, or we can say the matrix, from the sulfide ores only। ਤਾਂ ਅਸੀਂ ਸਭ ਤੋਂ ਪਹਿਲਾਂ, ਜਿਵੇਂ ਅਸੀਂ ਦੂਸਰੇ ਮੈਥਡ ਵਿੱਚ ਪੜ੍ਹਿਆ, ਸਭ ਤੋਂ ਪਹਿਲਾਂ ਅਸੀਂ ਪੁਆਇੰਟ ਆਫ ਐਪਲੀਕੇਸ਼ਨ ਦੇਖਦੇ ਹਾਂ ਵੀ ਇਹ ਮੈਥਡ ਕਿੱਥੇ ਅਪਲਾਈ ਹੁੰਦਾ। ਇਹ ਮੈਥਡ ਉਦੋਂ ਅਪਲਾਈ ਕਰਿਆ ਜਾ ਸਕਦਾ ਜੇਕਰ ਸਾਡੇ ਕੋਲ ਸਲਫਾਈਡ ਓਰਸ ਹੋਣ, ਜਿਵੇਂ ਕਿ ਆਪਾਂ ਪਹਿਲੀ ਸਲਾਈਡ ਦੇ ਵਿੱਚ ਪੜ੍ਹ ਚੁੱਕੇ ਹਾਂ ਵੀ ਡਿਫਰੈਂਟ ਮੈਟਲਸ ਦੀਆਂ ਜਿਹੜੀਆਂ ਓਰਸ ਹੈ, ਮਿਨਰਲਸ ਦੀ ਲਿਸਟ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਹੈ। ਜਿਵੇਂ ਆਪਣੇ ਕੋਲ ਜ਼ਿੰਕ ਬਲੈਂਡ ਹੈ, ਜ਼ਿੰਕ ਸਲਫਾਈਡ ਹੈ, ਤਾਂ ਉਹਦੀ ਕੌਨਸਨਟ੍ਰੇਸ਼ਨ ਲਈ ਇਹ ਮੈਥਡ ਅਸੀਂ ਯੂਜ਼ ਕਰ ਸਕਦੇ ਹਾਂ। ਸਿਮਿਲਰਲੀ ਲੈਡ ਸਲਫਾਈਡ ਹੈ, ਦੈਟ ਇਜ਼ ਗੈਲੀਨਾ, ਲੈਡ ਦੀ ਓਰ ਹੈ, ਉਹਦੇ ਲਈ ਵੀ ਅਸੀਂ ਕਰ ਸਕਦੇ ਹਾਂ। ਮਰਕਿਊਰਿਕ ਸਲਫਾਈਡ ਹੈ ਜਿਹਨੂੰ ਅਸੀਂ ਸਿਨੇਵਰ ਬੋਲਦੇ ਹਾਂ, ਉਹਦੇ ਲਈ ਵੀ ਇਹ ਮੈਥਡ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਦਿਸ ਮੈਥਡ ਇਜ਼ ਬੇਸਡ ਅਪੋਨ ਦ ਪ੍ਰਿੰਸੀਪਲ, ਇਸ ਮੈਥਡ ਦਾ ਪ੍ਰਿੰਸੀਪਲ ਹੈ ਜੋ ਇਹ ਕੀ ਹੈ, ਦਿਸ ਮੈਥਡ ਇਜ਼ ਬੇਸਡ ਅਪੋਨ ਦ ਪ੍ਰਿੰਸੀਪਲ ਦੈਟ ਓਰ ਪਾਰਟੀਕਲਸ ਆਰ ਵੈਟਡ ਬਾਈ ਆਇਲ ਐਂਡ ਬਿਕਮ ਲਾਈਟ ਵਾਈਲ ਦ ਅਰਥੀ ਇੰਪਿਓਰਿਟੀਜ਼ ਆਰ ਵੈਟਡ ਬਾਈ ਵਾਟਰ ਐਂਡ ਬਿਕਮ ਹੈਵੀ ਐਂਡ ਸੈਟਲ ਡਾਊਨ। ਇਸ ਮੈਥਡ ਦੀ ਡਿਟੇਲ ਤੋਂ ਕੁਛ ਤੁਹਾਨੂੰ ਇਹ ਜ਼ਿਆਦਾ ਕਲੀਅਰ ਹੋਏਗਾ ਕਿ ਇਹ ਮੈਥਡ ਦੇ ਵਿੱਚ ਜਿਹੜੇ ਓਰ ਪਾਰਟੀਕਲਸ ਹੁੰਦੇ ਆ ਉਹਨਾਂ ਨੂੰ ਅਤੇ ਇੰਪਿਓਰਿਟੀਜ਼ ਨੂੰ ਅਸੀਂ ਮਿਕਸਅਪ ਕਰਦੇ ਹਾਂ ਕਿਹਦੇ ਨਾਲ, ਵਾਟਰ ਦੇ ਆਇਲ ਦੇ ਮਿਕਸਚਰ ਨਾਲ। ਤਾਂ ਹੁੰਦਾ ਕੀ ਹੈ, ਜਿਹੜੇ ਓਰ ਪਾਰਟੀਕਲਸ ਨੇ ਉਹ ਸਲਫਾਈਡ ਦੇ ਹੋਣ ਕਾਰਨ, ਸਲਫਰ ਦੀ ਸੋਲਿਬਿਲਿਟੀ
ਨੋਨ ਪੋਲਰ ਸਬਸਟੈਂਸਸ 'ਚ ਹੁੰਦੀ ਹੈ। ਤਾਂ ਇਸ ਕਰਕੇ ਜਿਹੜੇ ਸਲਫਾਈਡ ਪਾਰਟੀਕਲ ਨੇ, ਔਰ ਪਾਰਟੀਕਲ ਨੇ, ਦੇ ਆਰ ਵੈਟਡ ਬਾਏ ਆਇਲ। ਜਦੋਂ ਉਹ ਆਇਲ ਨਾਲ ਵੈਟ ਹੋ ਜਾਂਦੇ ਆ ਤਾਂ ਉਹ ਲਾਈਟ ਇਨ ਵੇਟ ਹੋ ਕੇ ਫਲੋਟ ਕਰਨ ਲੱਗ ਜਾਂਦੇ ਆ। ਜਦੋਂ ਕਿ ਜਿਹੜੀਆਂ ਅਰਥੀ ਇੰਪਿਓਰਟੀਜ਼ ਹੁੰਦੀਆਂ ਨੇ, ਸਲੇਸ਼ੀਅਸ ਇੰਪਿਓਰਟੀਜ਼ ਹੁੰਦੀਆਂ ਨੇ, ਉਹ ਵਾਟਰ ਨਾਲ ਵੈਟ ਹੋ ਕੇ ਹੈਵੀ ਹੋ ਜਾਂਦੀਆਂ ਅਤੇ ਨੀਚੇ ਬੈਠ ਜਾਂਦੀਆਂ ਨੇ। ਇਸ ਪ੍ਰਿੰਸੀਪਲ ਦੇ ਬੇਸ 'ਤੇ ਅਸੀਂ ਇਹਨਾਂ ਦੋਨਾਂ ਨੂੰ ਇੱਕ ਦੂਸਰੇ ਤੋਂ ਸੈਪਰੇਟ ਕਰਵਾ ਲੈਂਦੇ ਹਾਂ। In this process, a suspension of the powdered ore is made with water and pine oil। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਹੈ, ਅਸੀਂ ਪਾਊਡਰਡ ਓਰ ਨੂੰ ਵਾਟਰ ਅਤੇ ਆਇਲ ਦੇ ਮਿਕਸਚਰ ਦੇ ਵਿੱਚ ਰੱਖ ਕੇ ਮਿਕਸਅਪ ਕਰ ਦਾਂਗੇ ਤਾਂ ਅਸੀਂ ਇੱਥੇ ਇੱਕ ਸਸਪੈਂਸ਼ਨ ਕ੍ਰੀਏਟ ਕਰਾਂਗੇ। ਇਹਦੇ ਵਿੱਚ ਅਸੀਂ ਕਲੈਕਟਰ ਅਤੇ ਫਰੋਥ ਸਟੇਬਲਾਈਜ਼ਰ ਵੀ ਐਡ ਕਰਦੇ ਹਾਂ। ਵਟ ਇਜ਼ ਕਲੈਕਟਰ ਐਂਡ ਫਰੋਥ ਸਟੇਬਲਾਈਜ਼ਰ ਕੀ ਹੈਗਾ, ਆਪਾਂ ਇਹਨਾਂ ਨੂੰ ਵੀ 1 by 1 ਕਰਕੇ ਡਿਸਕਸ ਕਰਾਂਗੇ। ਕਲੈਕਟਰ ਕੀ ਹੈ? ਫੋਰ ਐਗਜ਼ਾਮਪਲ ਪਾਈਨ ਆਇਲਸ, ਜਿਵੇਂ ਅਸੀਂ ਉੱਪਰ ਵਾਲੇ ਦੇ ਵਿੱਚ ਸਸਪੈਂਸ਼ਨ ਬਣਾਉਣ ਮੌਕੇ ਪਾਈਨ ਆਇਲ ਵਾਟਰ ਨੂੰ ਯੂਜ਼ ਕੀਤਾ ਤਾਂ ਪਾਈਨ ਆਇਲ ਇੱਕ ਕਲੈਕਟਰ ਦਾ ਵਰਕ ਕਰ ਰਿਹਾ। ਫੈਟੀ ਐਸਿਡਸ ਵੀ ਕਲੈਕਟਰ ਪਾਈਨ ਆਇਲ ਦੀ ਥਾਂ 'ਤੇ ਪਾਏ ਜਾ ਸਕਦੇ ਆ। ਜੈਂਥੇਟਸ ਵੀ ਅਸੀਂ ਪਾ ਸਕਦੇ ਹੈਗੇ ਹਾਂ, ਜਿਵੇਂ ਕਿ ਸੋਡੀਅਮ ਇਥਾਈਲ ਜੈਂਥੇਟ ਹੈ ਆਪਣੇ ਕੋਲ, ਪੋਟਾਸ਼ੀਅਮ ਇਥਾਈਲ ਜੈਂਥੇਟ ਹੈ, ਜਿਹੜੇ ਅਸੀਂ ਇੱਥੇ ਯੂਜ਼ ਕਰ ਸਕਦੇ ਹੈਗੇ ਹਾਂ। ਇਹਨਾਂ ਦਾ ਫੰਕਸ਼ਨ ਕੀ ਹੁੰਦਾ ਹੈ ਇਸ ਪ੍ਰੋਸੈਸ ਦੇ ਵਿੱਚ? ਦੇ ਐਨਹਾਂਸ non wettability of the mineral particle and froth they enhance the non wettability of mineral particle, meaning ਕਿ ਇਹ ਜਿਹੜੇ ਓਰ ਪਾਰਟੀਕਲ ਨੇ ਉਹਨਾਂ ਦੀ ਵਾਟਰ ਦੇ ਨਾਲ ਵੈਟ ਹੋਣ ਦੀ ਟੈਂਡੈਂਸੀ ਨੂੰ ਘਟਾ ਦਿੰਦੇ ਹੈਗੇ ਆ। ਤਾਂ ਇਹ ਓਰ ਪਾਰਟੀਕਲਸ ਨੂੰ ਫਰੋਥ ਵਿੱਚ ਕਨਵਰਟ ਕਰਨ ਦੇ ਵਿੱਚ ਹੈਲਪ ਕਰਦੇ ਆ। ਇਸ ਕਰਕੇ ਅਸੀਂ ਇਹਨਾਂ ਦਾ ਨਾਮ ਕਲੈਕਟਰ ਰੱਖਿਆ ਹੋਇਆ। ਕਲੈਕਟਰ ਦਾ ਮਤਲਬ ਕੀ ਹੈ? ਅਸੀਂ ਫਰੋਥ ਜੋ ਕਲੈਕਟ ਕਰਨੀ ਹੈ ਉੱਪਰ ਤੋਂ, ਉਹ ਫਰੋਥ ਬਣਾਉਣ ਦੇ ਵਿੱਚ ਇਹ ਹੈਲਪ ਕਰਨਗੇ, ਤਾਂ ਇਸ ਕਰਕੇ ਇਹਨਾਂ ਨੂੰ ਅਸੀਂ ਕਲੈਕਟਰਸ ਬੋਲਦੇ ਹਾਂ। ਤਾਂ ਦੂਸਰਾ ਅਸੀਂ ਪੜ੍ਹਨਾ ਇੱਥੇ ਫਰੋਥ ਸਟੇਬਲਾਈਜ਼ਰ। ਫਰੋਥ ਸਟੇਬਲਾਈਜ਼ਰ ਕਿਹੜੇ ਹੈਗੇ ਆ? ਜਿਵੇਂ ਅਸੀਂ ਕਰੀਸੋਲਸ ਯੂਜ਼ ਕਰਦੇ ਹਾਂ, ਹਾਈਡਰੋਕਸੀ ਡੈਰੀਵੇਟਿਵਸ ਜਿਹੜੇ ਆਪਣੇ ਕੋਲ, ਮਿਥਾਈਲ ਡੈਰੀਵੇਟਿਵਸ ਆਫ ਟੋਲੂਇਨ ਬੋਲ ਸਕਦੇ ਹਾਂ ਅਸੀਂ। ਐਨੀਲੀਨ ਹੈ ਜੋ, ਜਿਹਨੂੰ ਅਸੀਂ ਬੈਂਜ਼ੀਨ ਅਮਾਈਨ ਬੋਲਦੇ ਹਾਂ ਜਾਂ ਅਮਾਈਨੋ ਬੈਂਜ਼ੀਨ ਕਹਿੰਦੇ ਹੈਗੇ ਆ। ਸਟੇਬਲਾਈਜ਼ਸ ਦਾ ਫਰੋਥ, ਇਹ ਕੀ ਕਰਦੇ ਆ? ਜਦੋਂ ਕਲੈਕਟਰ ਨੇ ਫਰੋਥ ਪ੍ਰੋਡਿਊਸ ਕਰਤੀ ਤਾਂ ਫਰੋਥ ਨੂੰ ਸਟੇਬਲਾਈਜ਼ ਕਰਨ ਦਾ ਕੰਮ ਕਰਦੇ ਆ, ਕਿਉਂਕਿ ਜੋ ਫਰੋਥ ਹੈ ਉਹਦੇ ਜਿਹੜੇ ਬਬਲਸ ਹੈਗੇ ਆ ਉਹ ਬੁਝ ਨਾ ਜਾਣ, ਤਾਂ ਉਹਨੂੰ ਸਟੇਬਲਾਈਜ਼ ਕਰਕੇ ਰੱਖਦੇ ਆ ਜਦ ਤੱਕ ਅਸੀਂ ਉਹਨੂੰ ਕਲੈਕਟ ਕਰ ਲੈਂਦੇ ਹਾਂ। ਕਿਉਂਕਿ ਕਈ ਵਾਰ ਕੀ ਹੁੰਦਾ ਵੀ ਜੇ ਅਸੀਂ ਇਹਨਾਂ ਨੂੰ ਨਹੀਂ ਪਾਉਂਦੇ ਤਾਂ ਫਰੋਥ ਤਾਂ ਬਣਦੀ ਹੈ, ਬਟ ਉਹ ਸਟੇਬਲਾਈਜ਼ ਨਾ ਹੋਣ ਕਰਕੇ ਇੱਕਦਮ ਜਿਹੜੀ ਹੈਗੀ ਆ ਫਰੋਥ ਖਤਮ ਹੋ ਜਾਂਦੀ ਹੈ ਅਤੇ ਅਸੀਂ ਉਹਨੂੰ ਸਕਿਮ ਆਫ ਨਹੀਂ ਕਰ ਪਾਉਂਦੇ। ਤਾਂ ਸਾਨੂੰ ਸਕਿਮ ਆਫ ਕਰਨ ਦਾ ਕੁਛ ਟਾਈਮ ਹੈ ਜਿਹੜਾ ਉਹ ਫਰੋਥ ਸਟੇਬਲਾਈਜ਼ਰ ਦੀ ਹੈਲਪ ਨਾਲ ਮਿਲ ਜਾਂਦਾ ਹੈ। ਨੈਕਸਟ, ਵੈਨ ਏਅਰ ਇਜ਼ ਪਾਸਡ ਥਰੂ ਦਾ ਸਸਪੈਂਸ਼ਨ, ਜੋ ਅਸੀਂ ਉੱਪਰ ਸਸਪੈਂਸ਼ਨ ਬਣਾਈ ਹੈ ਜਿਹਦੇ ਵਿੱਚ ਅਸੀਂ ਫਰੋਥ ਸਟੇਬਲਾਈਜ਼ਰ ਵੀ ਐਡ ਕੀਤਾ, ਕਲੈਕਟਰ ਵੀ ਐਡ ਕੀਤੇ ਆ, ਤਾਂ ਅਸੀਂ ਇਹਦੇ ਵਿੱਚ ਬਾਟਮ ਤੋਂ ਇੱਕ ਏਅਰ ਦਾ ਸਟਰੀਮ ਪਾਸ ਕਰਦੇ ਹਾਂ। ਤਾਂ ਏਅਰ ਦੀ ਸਟਰੀਮ ਪਾਸ ਕਰਨ ਦੇ ਨਾਲ ਕੀ ਹੁੰਦਾ? ਸਸਪੈਂਸ਼ਨ ਏਅਰ ਪਾਰਟੀਕਲਸ ਸਟਾਰਟ ਫਲੋਟਿੰਗ ਇਨ ਦ ਫਾਰਮ ਆਫ ਫਰੋਥ ਵਿਚ ਇਜ਼ ਸਕimmed ਆਫ। ਤਾਂ ਕੀ ਹੁੰਦਾ? ਜਿਹੜੇ ਓਰ ਪਾਰਟੀਕਲਸ ਨੇ ਜਿਹੜੇ ਕਿ ਆਇਲ ਨਾਲ ਵੈਟ ਹੋ ਜਾਂਦੇ ਆ, ਜਿਹੜੇ ਕਿ ਫਰੋਥ ਦੇ ਵਿੱਚ ਕਨਵਰਟ ਹੋ ਜਾਂਦੇ ਆ, ਉਹ ਉੱਪਰ ਸਾਈਡ 'ਤੇ ਜਿਹੜਾ ਕੀ ਹੈਗਾ ਸਰਫੇਸ ਦੇ ਉੱਪਰ ਫਲੋਟ ਕਰਨ ਲੱਗ ਜਾਂਦੇ ਆ ਇਨ ਦ ਫਾਰਮ ਆਫ ਫਰੋਥ। ਤਾਂ ਅਸੀਂ ਉਹਨਾਂ ਨੂੰ ਉੱਥੋਂ ਉੱਪਰ ਤੋਂ ਸਕਿਮ ਆਫ ਕਰਵਾ ਲੈਂਦੇ ਹਾਂ। ਟੂ ਓਬਟੇਨ ਦ ਕੌਨਸਨਟ੍ਰੇਟਿਡ ਓਰ, ਤਾਂ ਦਿਸ ਇਜ਼ ਹਾਊ ਵੀ ਓਬਟੇਨ concentrated ore with the help of all these। ਤਾਂ ਮੈਂ ਇਹਨੂੰ ਇੱਕ ਵਾਰੀ ਫਿਰ ਤੁਹਾਨੂੰ ਰਿਪੀਟ ਕਰਨ ਲੱਗਾ ਕਿ ਇਸ ਮੈਥਡ ਨੂੰ ਅਸੀਂ ਸਲਫਾਈਡ ਓਰ ਲਈ ਯੂਜ਼ ਕਰਦੇ ਹਾਂ ਕੌਨਸਨਟ੍ਰੇਟ ਕਰਾਉਣ ਲਈ। ਤਾਂ ਅਸੀਂ ਕੀ ਕਰਨਾ? ਕ੍ਰਸ਼ ਅਤੇ ਫਾਈਨ ਪਾਊਡਰਡ ਓਰ ਨੂੰ ਇੱਥੇ ਪਾਣੀ ਅਤੇ ਆਇਲ ਵਿੱਚ ਮਿਕਸਅਪ ਕਰਕੇ, ਕਲੈਕਟਰ ਪਾ ਕੇ, ਫਰੋਥ ਸਟੇਬਲਾਈਜ਼ਰ ਪਾ ਕੇ ਇੱਕ ਸਸਪੈਂਸ਼ਨ ਤਿਆਰ ਕਰਨੀ ਆ। ਕਲੈਕਟਰ ਅਤੇ ਫਰੋਥ ਸਟੇਬਲਾਈਜ਼ਰ ਦਾ ਰੋਲ ਅਸੀਂ ਆਲਰੇਡੀ ਪੜ੍ਹ ਲਿਆ। ਤਾਂ ਅਸੀਂ ਕੀ ਕਰਨਾ? ਇਹਦੇ ਵਿੱਚ ਦੀ ਸਟਰੀਮ ਪਾਸ ਕਰਨੀ ਹੈ ਏਅਰ ਦੀ, ਤਾਂ ਉਹ ਬਬਲ ਬਣਨ ਦੇ ਵਿੱਚ, ਫੋਮ ਬਣਨ ਦੇ ਵਿੱਚ, ਫਰੋਥ ਬਣਨ 'ਚ ਹੈਲਪ ਕਰੂਗੀ। ਤਾਂ ਜਿਹੜੇ ਕਿ ਓਰ ਪਾਰਟੀਕਲ ਆਇਲ ਨਾਲ ਵੈਟ ਹੈ, ਤਾਂ ਜਦੋਂ ਉਹਨਾਂ ਦੇ ਵਿੱਚ ਦੀ ਅਸੀਂ ਏਅਰ ਨੂੰ ਲੰਘਾਵਾਂਗੇ ਤਾਂ ਉਹ ਬਹੁਤ ਜ਼ਿਆਦਾ ਫੋਮ ਪ੍ਰੋਡਿਊਸ ਕਰ ਦੇਣਗੇ, ਜਿਹੜੀ ਕਿ ਉੱਪਰ ਫਲੋਟ ਕਰਨ ਲੱਗ ਜੂਗੀ। ਤਾਂ ਅਸੀਂ ਉਸ ਫੋਮ ਨੂੰ, ਲੈਦਰ ਨੂੰ ਸਕਿਮ ਆਫ ਕਰਕੇ ਉਹ ਤੋਂ ਅਸੀਂ ਓਰ ਨੂੰ ਕੌਨਸਨਟ੍ਰੇਟ ਕਰਵਾ ਲਾਂਗੇ ਵਿਦ ਰਿਸਪੈਕਟ ਟੂ ਦਾ ਮੈਟਲ। So this was the detail of froth flotation process. Here this is the diagram. ਇਹ ਡਾਇਗਰਾਮ ਹੈ, ਇਹਦੀ ਹੈਲਪ ਦੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਆਪਣੇ ਕੋਲ ਜਿਹੜੇ ਹੈਗੇ ਆ
ਏਅਰ ਨੂੰ ਪਾਸ ਕਰਨ ਲਈ ਅਸੀਂ ਪੈਡਲਸ ਲਗਾਏ ਹੈਗੇ ਆ। ਜਦੋਂ ਇਹਨੂੰ ਅਸੀਂ ਬੜੀ ਹਾਈ ਸਪੀਡ 'ਤੇ ਰੋਟੇਟ ਕਰਦੇ ਹਾਂ ਤਾਂ ਅੱਪਰ ਸਾਈਡ ਤੋਂ ਏਅਰ ਆ ਜੋ ਨੀਚੇ ਇੱਥੇ ਜਾਂਦੀ ਹੈ। ਤਾਂ ਇੱਕ ਸਾਈਡ ਤੋਂ ਅਸੀਂ ਜਿਹੜਾ ਹੈਗਾ ਪਲਪ ਆਫ ਓਰ ਐਂਡ ਆਇਲ ਐਡ ਕਰਨ ਦੀ ਪਾਈਪ ਸ਼ੋ ਕੀਤੀ ਹੈ। ਤਾਂ ਜਦੋਂ ਅਸੀਂ ਇਹਨੂੰ ਹਾਈ ਸਪੀਡ 'ਤੇ ਰੋਟੇਟ ਕਰਕੇ ਏਅਰ ਪਾਸ ਕਰਦੇ ਹਾਂ ਤਾਂ ਜਿਹੜੇ ਸਲਫਾਈਡ ਓਰ ਦੇ ਪਾਰਟੀਕਲਸ ਨੇ ਜਿਹੜੇ ਕਿ ਆਇਲ ਨਾਲ ਵੈਟ ਹੁੰਦੇ ਆ, ਜਿਹੜੇ ਲਾਈਟ ਵੇਟ ਹੁੰਦੇ ਆ, ਤਾਂ ਉਹ ਫਰੋਥ ਫਾਰਮ ਦੇ ਵਿੱਚ ਉੱਪਰ ਤੋਂ ਕਨਵਰਟ ਹੋ ਜਾਂਦੇ ਆ। ਤਾਂ ਐਵੇਂ ਅਸੀਂ ਇਸ ਡਾਇਗਰਾਮ ਤੋਂ ਥੋੜ੍ਹਾ ਇਹਨੂੰ ਹੋਰ ਕਲੀਅਰ ਸਮਝ ਲੈਂਦੇ ਹਾਂ ਵੀ ਕਿਸ ਤਰੀਕੇ ਨਾਲ ਅਸੀਂ ਇਹਨੂੰ ਸੈਪਰੇਟ ਕਰਵਾ ਸਕਦੇ ਹਾਂ। ਦੈਨ ਨੈਕਸਟ ਇਜ਼ ਸਮਟਾਈਮ ਅਸੀਂ ਇਹਦੇ ਵਿੱਚ ਇੱਕ ਡਿਪਰੈਸੈਂਟ ਪਾਉਣੇ ਹੈਗੇ ਆ। डिप्रैसेंट का की रोल होंदा है। नाउ वी विल डिस्कस अबाउट द डिप्रैसेंट इन द फ्रोथ फ्लोटेशन प्रोसेस। की होंदा कि समटाइम द सल्फाइड ओर ऑफ द मेटल टू बी एक्सट्रैक्टेड कंटेन्स मैटल सल्फाइड ऑफ एनदर मैटल एज एन इंप्योरिटी। ਇਹਦਾ ਕੀ ਮੀਨਿੰਗ ਹੈ ਕਿ ਕਈ ਵਾਰ ਜਿਹੜੀ ਮੈਟਲ ਤੁਸੀਂ ਮੈਟਲ ਸਲਫਾਈਡ ਤੋਂ ਐਕਸਟਰੈਕਟ ਕਰਨੀ ਹੈ ਉਹਦੇ ਨਾਲ ਕਿਸੇ ਹੋਰ ਮੈਟਲ ਦਾ ਸਲਫਾਈਡ ਵੀ ਉਹਦੀ ਓਰ ਦੇ ਅੰਦਰ ਹੁੰਦਾ। ਮੀਨਸ ਕਿਵੇਂ ਵੀ ਅਸੀਂ ਸਪੋਜ਼ ਕਰੋ ਗੈਲੀਨਾ ਤੋਂ ਲੈਡ ਦੀ ਐਕਸਟਰੈਕਸ਼ਨ ਕਰਾ ਰਹੇ ਹਾਂ, ਬਟ ਲੈਡ ਦੇ ਅੰਦਰ ਲੈਡ ਸਲਫਾਈਡ ਦੇ ਅੰਦਰ ਜ਼ਿੰਕ ਸਲਫਾਈਡ ਵੀ ਹੁੰਦਾ। ਟੂ ਪ੍ਰੀਵੈਂਟ ਦਾ ਫਰੋਥ ਫਾਰਮੇਸ਼ਨ ਆਫ ਅਦਰ ਮੈਟਲ ਡਿਪਰੈਸੈਂਟਸ ਆਰ ਐਡਿਡ। ਤਾਂ ਹੁਣ ਹੋਣਾ ਕੀ ਹੈ, ਜ਼ਿੰਕ ਦਾ ਸਲਫਾਈਡ ਵੀ ਹੈ, ਲੈਡ ਦਾ ਸਲਫਾਈਡ ਵੀ ਹੈ। ਜਦੋਂ ਤੁਸੀਂ ਸਸਪੈਂਸ਼ਨ ਬਣਾ ਕੇ ਫਰੋਥ ਫਲੋਟੇਸ਼ਨ ਦਾ ਪ੍ਰੋਸੈਸ ਕੰਟੀਨਿਊ ਕਰੋਗੇ ਤਾਂ ਉੱਥੇ ਆਪਣੇ ਕੋਲ ਫੋਮ ਦੇ ਵਿੱਚ ਜ਼ਿੰਕ ਸਲਫਾਈਡ ਵੀ ਜਾਊਗਾ, ਲੈਡ ਸਲਫਾਈਡ ਵੀ ਜਾਊਗਾ। ਤਾਂ ਵਿਦ ਰਿਸਪੈਕਟ ਟੂ ਲੈਡ ਗੈਲੀਨਾ ਨੂੰ ਕੌਨਸਨਟਰੇਟ ਕਰਨਾ ਇੱਥੇ ਡਿਫੀਕਲਟ ਹੋ ਜਾਊਗਾ। ਤਾਂ ਸਾਨੂੰ ਇਸ ਚੀਜ਼ ਨੂੰ ਪ੍ਰੀਵੈਂਟ ਕਰਨ ਲਈ ਕਿ ਜ਼ਿੰਕ ਸਲਫਾਈਡ ਜਿਹੜਾ ਕਿ ਇੱਕ ਇੰਪਿਓਰਿਟੀ ਦੇ ਤੌਰ 'ਤੇ ਗੈਲੀਨਾ ਦੇ ਅੰਦਰ ਹੈ ਉਹ ਫਰੋਥ ਵਿੱਚ ਨਾ ਜਾਵੇ, ਤਾਂ ਉਹਨੂੰ ਅਸੀਂ ਪ੍ਰੀਵੈਂਟ ਕਰਨ ਲਈ ਇੱਥੇ ਡਿਪਰੈਸੈਂਟ ਐਡ ਕਰਦੇ ਹਾਂ। For example, during concentration of sulfide ore of lead by froth flotation process, nickel cyanide is added as nickel cyanide is added. Now we will discuss the role of depressant in the froth flotation process. Sometimes the sulfide ore of the metal to be extracted contain metal sulfide of another metal as an impurity. ਇਹਦਾ ਕੀ ਮਤਲਬ ਹੈ, ਕਈ ਵਾਰ ਸਾਡੇ ਕੋਲ ਜਿਹੜੀ ਅਸੀਂ ਮੈਟਲ ਦੀ ਐਕਸਟਰੈਕਸ਼ਨ ਕਰ ਰਹੇ ਹਾਂ ਇਹਦੇ ਸਲਫਾਈਡ ਤੋਂ, ਉਹਦੇ ਵਿੱਚ ਕਿਸੇ ਹੋਰ ਮੈਟਲ ਦਾ ਵੀ ਐਜ਼ ਅ ਸਲਫਾਈਡ ਐਜ਼ ਐਨ ਇੰਪਿਓਰਿਟੀ ਹੁੰਦਾ। ਮੀਨਸ ਜਿਵੇਂ ਅਸੀਂ ਸਪੋਜ਼ ਕਰੋ ਵੀ ਗੈਲੀਨਾ ਤੋਂ ਲੈਡ ਦੀ ਐਕਸਟਰੈਕਸ਼ਨ ਕਰਾ ਰਹੇ ਹਾਂ, ਗੈਲੀਨਾ ਕੀ ਹੈ, ਲੈਡ ਸਲਫਾਈਡ, ਅਸੀਂ ਉਹ ਤੋਂ ਲੈਡ ਦੀ ਐਕਸਟਰੈਕਸ਼ਨ ਕਰਾ ਰਹੇ ਹਾਂ ਅਤੇ ਉਹਦੇ ਵਿੱਚ ਕੁਛ ਅਮਾਊਂਟ ਦੇ ਵਿੱਚ ਜ਼ਿੰਕ ਸਲਫਾਈਡ ਵੀ ਹੈਗਾ ਜਿਹੜਾ ਕਿ ਇੱਕ ਇੰਪਿਓਰਿਟੀ ਦੇ ਤੌਰ 'ਤੇ ਆ। ਤਾਂ ਹੁਣ ਹੋਣਾ ਕੀ ਹੈ ਕਿ ਜਦੋਂ ਅਸੀਂ ਫਰੋਥ ਫਲੋਟੇਸ਼ਨ ਪ੍ਰੋਸੈਸ ਕਰਵਾਉਣਾ ਤਾਂ ਲੈਡ ਸਲਫਾਈਡ ਤਾਂ ਫੋਮ ਦੇ ਵਿੱਚ ਜਾਊਗਾ ਹੀ ਜਾਊਗਾ, ਫਰੋਥ ਵਿੱਚ ਕਨਵਰਟ ਹੋਊਗਾ, ਅਤੇ ਨਾਲ ਜ਼ਿੰਕ ਸਲਫਾਈਡ ਵੀ ਜਾਊਗਾ। ਹੁਣ ਅਸੀਂ ਗੈਲੀਨਾ ਨੂੰ ਕੌਨਸਨਟਰੇਟ ਕਰਨਾ ਵਿਦ ਰਿਸਪੈਕਟ ਟੂ ਲੈਡ, ਬਟ ਉਹਦੇ ਵਿੱਚ ਜ਼ਿੰਕ ਵੀ ਆਊਗਾ। ਤਾਂ ਸਾਨੂੰ ਕੀ ਕਰਨਾ ਪੈਂਦਾ ਇਸ ਕੇਸ 'ਚ ਵੀ ਅਸੀਂ ਜ਼ਿੰਕ ਦੀ ਫਰੋਥ ਫਾਰਮੇਸ਼ਨ ਨੂੰ ਪ੍ਰੀਵੈਂਟ ਕਰਦੇ ਹੈਗੇ ਹਾਂ ਬਾਏ ਐਡਿੰਗ ਡਿਪਰੈਸੈਂਟ। ਤਾਂ ਡਿਪਰੈਸੈਂਟ ਇੱਕ ਕੈਮੀਕਲ ਸਬਸਟਾਂਸ ਹੈ ਜਿਹੜਾ ਕਿ ਜ਼ਿੰਕ ਸਲਫਾਈਡ ਦੀ ਫਰੋਥ ਫਾਰਮੇਸ਼ਨ ਨੂੰ ਪ੍ਰੀਵੈਂਟ ਕਰੂਗਾ। ਟੂ ਪ੍ਰੀਵੈਂਟ ਦ ਫਰੋਥ ਫਾਰਮੇਸ਼ਨ ਆਫ ਅਦਰ ਮੈਟਲ ਡਿਪਰੈਸੈਂਟਸ ਆਰ ਐਡਿਡ। ਤਾਂ ਅਸੀਂ ਡਿਪਰੈਸੈਂਟਸ ਹੈਗੇ ਆ ਜੋ ਉਹ ਐਡ ਕਰਦੇ ਹੈਗੇ ਆ। For example, during concentration of sulfide ore of lead by froth flotation process, sodium cyanide is added as depressant to prevent the froth formation of zinc sulfide present as an impurity. ਤਾਂ ਜਿਹੜਾ ਜ਼ਿੰਕ ਸਲਫਾਈਡ ਆ ਉਹ ਇੰਪਿਓਰਿਟੀ ਦੇ ਤੌਰ 'ਤੇ ਲੈਡ ਸਲਫਾਈਡ ਨਾਲ ਹੈ, ਤਾਂ ਅਸੀਂ ਇੱਥੇ ਸੋਡੀਅਮ ਸਾਇਨਾਈਡ ਯੂਜ਼ ਕਰਕੇ ਜ਼ਿੰਕ ਸਲਫਾਈਡ ਦੀ ਫਰੋਥ ਫਾਰਮੇਸ਼ਨ ਨੂੰ ਪ੍ਰੀਵੈਂਟ ਕਰਾਂਗੇ। ਤਾਂ ਸੋਡੀਅਮ ਸਾਇਨਾਈਡ ਕੀ ਰੋਲ ਪਲੇ ਕਰਦਾ, ਇਟ ਫਾਰਮਸ ਕੰਪਲੈਕਸ ਵਿਦ ਦ ਜ਼ਿੰਕ ਸਲਫਾਈਡ ਟੂ ਫਾਰਮ ਸੋਡੀਅਮ ਟੈਟਰਾਸਾਇਨਾਈਡੋ ਜ਼ਿੰਕੇਟ 2। ਇਹ ਇੱਕ ਕੰਪਲੈਕਸ ਹੈ ਜਿਹਨੂੰ ਅਸੀਂ ਲੇਟਰ ਔਨ ਕੋਆਰਡੀਨੇਸ਼ਨ ਕੈਮਿਸਟਰੀ ਦੇ ਵਿੱਚ ਇਹਦਾ ਨੋਮਨਕਲੇਚਰ ਸਿੱਖਾਂਗੇ। ਤਾਂ ਸੋਡੀਅਮ ਟੈਟਰਾਸਾਇਨਾਈਡੋ ਜ਼ਿੰਕੇਟ ਕੰਪਲੈਕਸ ਬਣ ਜਾਂਦਾ ਜਦੋਂ ਸੋਡੀਅਮ ਸਾਇਨਾਈਡ ਜ਼ਿੰਕ ਸਲਫਾਈਡ ਨਾਲ ਰਿਐਕਟ ਕਰਦਾ ਹੈ। ਤਾਂ ਜਦੋਂ ਇਹ ਕੰਪਲੈਕਸ ਬਣ ਗਿਆ ਤਾਂ ਹੁਣ ਜ਼ਿੰਕ ਸਲਫਾਈਡ ਕੰਬਾਈਨਡ ਫਾਰਮ 'ਚ ਹੋ ਗਿਆ। ਤਾਂ ਹੁਣ ਉਹ ਜ਼ਿੰਕ ਜਿਹੜੀ ਹੈਗੀ ਆ ਉਹ ਫਰੋਥ ਫਾਰਮੇਸ਼ਨ ਦੇ ਵਿੱਚ ਨਹੀਂ ਜਾਊਗੀ। ਇਟ ਵਿਲ ਨਾਟ ਬੀ ਵੈਟਡ ਬਾਏ ਦਾ ਆਇਲ ਨੋ। ਹੁਣ ਆਇਲ ਦੇ ਨਾਲ ਇਹ ਵੈਟ ਨਹੀਂ ਹੋਊਗੀ। ਤਾਂ ਅਸੀਂ ਇਸ ਨੂੰ ਇਸ ਰਿਐਕਸ਼ਨ ਦੇ ਨਾਲ ਵੀ ਸ਼ੋ ਕਰ ਸਕਦੇ ਹਾਂ ਵੀ ਹਾਊ ਸੋਡੀਅਮ ਸਾਇਨਾਈਡ ਰਿਐਕਟ ਵਿਦ ਦ ਜ਼ਿੰਕ ਸਲਫਾਈਡ ਐਂਡ ਵਟ ਇਜ਼ ਦਾ ਫਾਰਮੂਲਾ ਆਫ ਸੋਡੀਅਮ
tetracyanidozincate 2. So this was the role of depressant in the froth flotation process. The next method to concentrate the ore is leaching. So what is the basic of leaching? It involves the treatment of powdered ore with suitable reagent like acid, base, or some other chemicals which can selectively dissolve ore but not the impurities. ਤਾਂ ਇਸ ਮੈਥਡ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜੋ ਸਾਡੇ ਕੋਲੇ ਪਾਊਡਰਡ ਓਰ ਹੁੰਦੀ ਹੈ ਉਹਨੂੰ ਅਸੀਂ ਕਿਸੇ ਸੂਟੇਬਲ ਰੀਏਜੈਂਟ ਨਾਲ, ਜਿਹੜਾ ਕਿ ਸੋਲਵੈਂਟ ਦਾ ਵਰਕ ਕਰਦਾ ਹੈ, ਉਹਦੇ ਨਾਲ ਟਰੀਟ ਕਰਾਉਂਦੇ ਹਾਂ। ਇਹ ਜਿਹੜਾ ਰੀਏਜੈਂਟ ਹੈ ਇਹ ਐਸਿਡ ਵੀ ਹੋ ਸਕਦਾ, ਬੇਸ ਵੀ ਹੋ ਸਕਦਾ, ਜਾਂ ਕੋਈ ਹੋਰ ਕੈਮੀਕਲ ਸਬਸਟੈਂਸ ਹੋ ਸਕਦਾ ਹੈ। ਤਾਂ ਜਦੋਂ ਪਾਊਡਰਡ ਓਰ ਨੂੰ ਇਹਦੇ ਨਾਲ ਟਰੀਟ ਕਰਾਇਆ ਜਾਂਦਾ ਤਾਂ ਜਿਹੜੀ ਓਰ ਪਾਰਟੀਕਲਸ ਹੈਗੇ ਆ ਉਹ ਇਹਦੇ ਵਿੱਚ ਡਿਜ਼ੋਲਵ ਹੋ ਜਾਂਦੇ ਆ, ਜਦੋਂ ਕਿ ਜਿਹੜੀਆਂ ਇੰਪਿਓਰਿਟੀਜ਼ ਨੇ ਉਹ ਇਨਸੋਲੂਬਲ ਰਹਿੰਦੀਆਂ ਹੈਗੀਆਂ। ਤਾਂ ਬੇਅਰ ਪ੍ਰੋਸੈਸ ਜਿਹੜਾ ਹੈ ਉਹ ਇਹਦੀ ਇੱਕ ਐਗਜ਼ਾਮਪਲ ਹੈਗੀ ਆ। ਬੇਅਰ ਪ੍ਰੋਸੈਸ ਇਜ਼ ਯੂਜ਼ਡ ਫॉर द ਐਕਸਟ੍ਰੈਕਸ਼ਨ ਆਫ ਐਲੂਮੀਨੀਅਮ ਫਰੋਮ ਬੌਕਸਿਟ ਇਜ਼ ਐਨ ਐਗਜ਼ਾਮਪਲ ਆਫ ਲੀਚਿੰਗ। ਤਾਂ ਬੇਅਰ ਪ੍ਰੋਸੈਸ ਜੋ ਅਸੀਂ ਐਲੂਮੀਨੀਅਮ ਦੀ ਐਕਸਟ੍ਰੈਕਸ਼ਨ ਲਈ ਯੂਜ਼ ਕਰਦੇ ਹਾਂ, ਵੀ ਐਕਸਟ੍ਰੈਕਟ ਐਲੂਮੀਨੀਅਮ ਫਰੋਮ ਬੌਕਸਿਟ। ਤਾਂ ਉਹ ਅਸੀਂ ਬੌਕਸਿਟ ਨੂੰ ਜੋ ਹੈ ਉਹਨੂੰ ਅਸੀਂ ਬੇਅਰ ਪ੍ਰੋਸੈਸ ਨਾਲ ਕੌਨਸਨਟਰੇਟ ਕਰਵਾਉਂਦੇ ਹੈਗੇ ਹਾਂ, ਜਿਹੜਾ ਕਿ ਲੀਚਿੰਗ ਦੀ ਇੱਕ ਐਗਜ਼ਾਮਪਲ ਹੈ। Bauxite mainly contains impurities of ferric oxide, silicon dioxide and titanium dioxide। ਤਾਂ ਇਹਦੇ ਵਿੱਚ ਮੇਨਲੀ 3 impurities ਹੁੰਦੀਆਂ ਹੈਗੀਆਂ ਨੇ। What we do in this method, powdered ore is treated with 45% sodium hydroxide solution at 473 and 523 Kelvin। ਤਾਂ ਅਸੀਂ ਇਸ ਮੈਥਡ ਦੇ ਵਿੱਚ ਕੀ ਕਰਦੇ ਹਾਂ, ਜਿਹੜੀ ਪਾਊਡਰਡ ਓਰ ਹੁੰਦੀ ਹੈ ਉਹਨੂੰ ਸੋਡੀਅਮ ਹਾਈਡਰੋਕਸਾਈਡ ਦੇ ਕੌਨਸਨਟ੍ਰੇਟਡ ਯਾਨੀ ਕਿ 45% ਸੋਲਿਊਸ਼ਨ ਨਾਲ 473 ਤੋਂ 523 ਕੈਲਵਿਨ ਤੇ ਟੈਂਪਰੇਚਰ ਤੇ ਟਰੀਟ ਕਰਵਾਉਂਦੇ ਹੈਗੇ ਆ। ਦੈਨ ਫਰਦਰ ਇਜ਼ ਦ ਇੰਪਿਓਰਿਟੀਜ਼। ਜਿਹੜੀਆਂ ਇਹਦੇ ਵਿੱਚ ਇੰਪਿਓਰਿਟੀਜ਼ ਹੈਗੀਆਂ, ਆਪਾਂ ਨੂੰ ਪਤਾ ਵੀ 3 ਤਰ੍ਹਾਂ ਦੀਆਂ ਇੰਪਿਓਰਿਟੀਜ਼ ਹੈਗੀਆਂ, ਫੈਰਿਕ ਆਕਸਾਈਡ ਹੈ, ਸਿਲੀਕਨ ਡਾਈਆਕਸਾਈਡ ਹੈ ਐਂਡ ਟਾਈਟੇਨੀਅਮ ਡਾਈਆਕਸਾਈਡ ਹੈ। ਤਾਂ ਇਹਨਾਂ ਤਿੰਨਾਂ ਵਿੱਚੋਂ ਜਿਹੜੀ ਇੰਪਿਓਰਿਟੀ ਹੈਗੀ ਆ ਸਿਲੀਕਨ ਡਾਈਆਕਸਾਈਡ ਹੈ, ਇਟ ਡਿਜ਼ੋਲਵਸ, ਇਹ ਡਿਜ਼ੋਲਵ ਹੋ ਜਾਂਦੀ ਹੈ, ਡਿਜ਼ੋਲਵਸ ਫਾਰਮਿੰਗ ਸੋਡੀਅਮ ਸਿਲੀਕੇਟ। ਇਹ ਸੋਡੀਅਮ ਸਿਲੀਕੇਟ ਬਣਾ ਦਿੰਦੀ ਹੈ ਅਤੇ ਡਿਜ਼ੋਲਵ ਹੋ ਜਾਂਦੀ ਹੈ। ਵਾਈਲ ਦਾ ਅਦਰ ਇੰਪਿਓਰਟੀਜ਼ ਦੇ ਲੈਫਟ ਬਿਹਾਈਂਡ, ਉਹ ਪਿੱਛੇ ਰਹਿ ਜਾਂਦੀਆਂ ਨੇ ਅਤੇ ਜਾਣੀ ਕਿ ਡਿਜ਼ੋਲਵ ਨਹੀਂ ਕਰਦੀਆਂ ਹੈਗੀਆਂ। ਤਾਂ ਅਸੀਂ ਉਹਨਾਂ ਨੂੰ ਫਿਲਟਰ ਕਰਕੇ ਰਿਮੂਵ ਕਰਵਾ ਸਕਦੇ ਹੈਗੇ ਹਾਂ। ਤਾਂ ਵਿਦ ਦਿਸ ਰਿਐਕਸ਼ਨ ਵੀ ਕੈਨ ਸ਼ੋ ਦੈਟ Al2O3, that is the aluminium oxide, which is also called as the alumina, which is the ore particle of the bauxite। ਤਾਂ ਇਹ ਜਦੋਂ ਰਿਐਕਟ ਕਰਦਾ ਸੋਡੀਅਮ ਹਾਈਡਰੋਕਸਾਈਡ ਨਾਲ ਇਨ ਦਾ ਪ੍ਰੈਜੈਂਸ ਆਫ ਵਾਟਰ, ਤਾਂ ਇਹ ਸੋਡੀਅਮ ਐਲੂਮੀਨੇਟ ਬਣਾਉਂਦਾ, ਜਿਹਨੂੰ ਅਸੀਂ ਸੋਡੀਅਮ ਟੈਟਰਾ ਹਾਈਡਰੋਕਸੋ ਐਲੂਮੀਨੇਟ 3 ਵੀ ਬੋਲਦੇ ਹਾਂ ਅਕੋਰਡਿੰਗ ਟੂ ਦਾ ਨੋਮਨਕਲੇਚਰ ਇਨ ਦਾ ਇਨਆਰਗੈਨਿਕ ਕੈਮਿਸਟਰੀ। ਤਾਂ ਇਹ ਅਸੀਂ ਲੇਟਰ ਔਨ ਕੋਆਰਡੀਨੇਸ਼ਨ ਕੈਮਿਸਟਰੀ ਦੇ ਵਿੱਚ ਪੜ੍ਹਨਾ। ਇਹ ਇੱਕ ਕੰਪਲੈਕਸ ਕੰਪਾਊਂਡ ਹੈ ਜਿਹੜਾ ਕਿ ਐਲੂਮੀਨਾ ਦੀ ਸੋਡੀਅਮ ਹਾਈਡਰੋਕਸਾਈਡ ਨਾਲ ਰਿਐਕਸ਼ਨ ਦੇ ਦੌਰਾਨ ਬਣਦਾ ਹੈ। The sodium aluminate present in the solution is neutralized by passing CO2 gas and hydrated Al2O3 alumina is precipitated। ਤਾਂ ਅਸੀਂ ਕੀ ਕਰਦੇ ਹੈਗੇ ਹਾਂ, ਜੋ ਉੱਪਰ ਵਾਲੀ ਰਿਐਕਸ਼ਨ ਵਿੱਚ ਕੁਝ ਅਨਰਿਐਕਟਿਡ ਸੋਡੀਅਮ ਹਾਈਡਰੋਕਸਾਈਡ ਬਚ ਜਾਂਦਾ ਹੈ, ਤਾਂ ਅਸੀਂ ਉਹਨੂੰ ਨਿਊਟਰਲਾਈਜ਼ ਕਰਵਾਉਂਦੇ ਹੈਗੇ ਹਾਂ ਬਾਏ ਪਾਸਿੰਗ CO2 ਗੈਸ। ਤਾਂ ਜਦੋਂ ਅਸੀਂ ਇਹਨੂੰ ਨਿਊਟਰਲਾਈਜ਼ ਕਰਾ ਦਿੰਦੇ ਹੈਗੇ ਹਾਂ ਤਾਂ ਐਲੂਮੀਨਾ ਜੋ ਹੁੰਦਾ ਹੈ ਉਹ ਹਾਈਡਰੇਟਿਡ ਫਾਰਮ ਦੇ ਵਿੱਚ ਪ੍ਰੈਸੀਪਿਟੇਟ ਹੋ ਜਾਂਦਾ ਐਟ ਦਿਸ ਸਟੇਜ। ਸਮॉल ਅਮਾਊਂਟ ਆਫ ਫਰੈਸ਼ਲੀ ਪ੍ਰੀਪੇਅਰਡ ਸੈਂਪਲ ਆਫ ਹਾਈਡਰੇਟਿਡ Al2O3 is added to the solution. This is called as seeding. It induces the process of precipitation। ਤਾਂ ਹੁੰਦਾ ਕੀ ਹੈ, ਕਈ ਵਾਰ ਇੱਥੇ Al2O3 ਦੀ ਪ੍ਰੈਸੀਪਿਟੇਸ਼ਨ ਬੜੀ ਸਲੋ ਹੁੰਦੀ ਹੈ, ਤਾਂ ਅਸੀਂ ਇਸ ਪ੍ਰੋਸੈਸ ਨੂੰ ਥੋੜ੍ਹਾ ਫਾਸਟਨ ਕਰਨ ਦੇ ਲਈ ਐਡ ਕਰਦੇ ਹੈਗੇ ਹਾਂ ਬਾਹਰ ਤੋਂ freshly prepared precipitates of Al2O3। This process is called as seeding। ਤਾਂ ਇਹ ਸੋਲਿਊਸ਼ਨ ਵਿਚਲੇ ਐਲੂਮੀਨਾ ਦੀ ਪ੍ਰੈਸੀਪਿਟੇਸ਼ਨ ਨੂੰ ਪਹਿਲਾਂ ਨਾਲੋਂ ਫਾਸਟ ਕਰਵਾ ਦਿੰਦਾ ਹੈਗਾ। Then we can show the reaction that will occur during the neutralization of the sodium aluminate with the CO2।
ਤਾਂ ਸੋਡੀਅਮ ਐਲੂਮੀਨੇਟ ਜੋ ਉੱਪਰ ਵਾਲੇ ਸਟੈਪ 'ਚ ਬਣਿਆ ਸੀ, ਜਦੋਂ ਤੁਸੀਂ ਉਹਨੂੰ CO2 ਨਾਲ ਟਰੀਟ ਕਰਦੇ ਹੋ ਨਿਊਟਰਲਾਈਜੇਸ਼ਨ ਦੇ ਲਈ, ਤਾਂ ਇਹ ਹਾਈਡਰੇਟਡ ਐਲੂਮੀਨਾ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਅਲੋਂਗ ਵਿਦ ਦ ਫਾਰਮੇਸ਼ਨ ਆਫ ਸੋਡੀਅਮ ਬਾਈਕਾਰਬੋਨੇਟ ਐਜ਼ ਦਾ ਸਾਈਡ ਪ੍ਰੋਡਕਟ। Then the sodium silicate remain in the solution and hydrated alumina is filtered। ਤਾਂ ਜਿਹੜਾ sodium silicate ਹੁੰਦਾ being soluble in the solution, ਇਹ solution 'ਚ ਰਹਿ ਜਾਂਦਾ, ਜਦੋਂ ਕਿ ਜਿਹੜਾ ਐਲੂਮੀਨਾ ਹੁੰਦਾ ਉਹਦੀ ਪ੍ਰੈਸੀਪੀਟੇਸ਼ਨ ਹੋ ਜਾਂਦੀ ਹੈ, ਤਾਂ ਅਸੀਂ ਉਹਨੂੰ ਫਿਲਟਰ ਕਰਕੇ ਰਿਮੂਵ ਕਰਵਾ ਲੈਂਦੇ ਹੈਗੇ ਆ। ਫਰਦਰ ਅਸੀਂ ਇਹਨੂੰ ਡਰਾਈ ਕਰਦੇ ਹਾਂ, ਡਰਾਈ ਕਰਨ ਤੋਂ ਨੈਕਸਟ ਇਹਨੂੰ ਹੀਟ ਕਰਕੇ ਇਹਨੂੰ ਅਸੀਂ ਬੈਕ ਪਿਓਰ ਐਨਹਾਈਡਰਸ ਫਾਰਮ 'ਚ ਕਨਵਰਟ ਕਰਵਾ ਲੈਂਦੇ ਹੈਗੇ ਆ। ਦਿਸ ਪ੍ਰੋਸੈਸ ਆਫ heating and to convert this back to the pure alumina ਜਿਹੜਾ ਹੈਗਾ ਉਹ ਰਾਊਂਡ ਅਬਾਊਟ ਟੈਂਪਰੇਚਰ 1473 ਕੈਲਵਿਨ ਟੈਂਪਰੇਚਰ ਤੇ ਹੋ ਜਾਂਦਾ ਹੈ। ਤਾਂ Al2O3 XH2O means here ਕੀ ਹੈਗਾ hydrated alumina when heated, here the temperature is 1473 Kelvin, then it changes to the alumina and the water of crystallization get removed. This is how we obtain concentrated aluminium from its ore that is bauxite। ਤਾਂ ਅਸੀਂ ਐਲੂਮੀਨਾ ਨੂੰ ਕਨਸਨਟ੍ਰੇਟ ਕਰਵਾ ਲਿਆ ਇਹਦੀ ਓਰ ਬੌਕਸਿਟ ਤੋਂ, ਤਾਂ ਇਸ ਪ੍ਰੋਸੈਸ ਨੂੰ ਅਸੀਂ ਲੀਚਿੰਗ ਬੋਲਦੇ ਹੈਗੇ ਆ। With this we have completed all the methods related to the concentration of ore। So leaching was the last method, and with this we have completed all the methods related to concentration. Then we will shift toward the third step, that is extraction of the crude metal from the concentrated ore, and the fourth step, that is the refining of the ore. So to watch further, keep watching the videos. I will record in the second and third part of this chapter, so keep watching. Thank you.